ਸੱਜਣੋ ਤੇ ਮਿੱਤਰੋ, ਅਸਲਾਮ ਅਲੈਕਮ। ਮੈਂ ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਪਾਕਿਸਤਾਨ ਵਿੱਚ ਮਸਾਜਿਦ ਨੇ ਨਾ ਸਿਰਫ ਇਸਲਾਮ ਦੇ ਫਰੋਗ, ਦੀਨੀ ਤਰਬੀਅਤ ਤੇ ਸਮਾਜੀ ਇਤਿਹਾਦ ਪੈਦਾ ਕਰਨ ਵਿੱਚ ਇੰਤਹਾਈ ਅਹਿਮ ਕਿਰਦਾਰ ਅਦਾ ਕੀਤਾ ਹੈ, ਬਲਕਿ ਇਹਦੇ ਨਾਲ ਬੈਨੁਲ ਮਸਾਲਿਕ ਤੇ ਬੈਨੁਲ ਮਜ਼ਾਹਬ ਹਮਾਹੰਗੀ ਵਾਸਤੇ ਵੀ ਮਸਾਜਿਦ ਨੇ ਹਮੇਸ਼ਾ ਮੁਸਬਤ ਪੈਗਾਮ ਦਿੱਤਾ ਹੈ। ਬਾਦਸ਼ਾਹੀ ਮਸਜਿਦ ਲਾਹੌਰ ਪਾਕਿਸਤਾਨ ਦੀ ਇੱਕ ਤਾਰੀਖੀ ਤੇ ਸਭ ਤੋਂ ਵੱਡੀ ਮਸਜਿਦ ਹੈ, ਜਿਹਦੀ ਇਮਾਮਤ ਹਮੇਸ਼ਾ ਵੱਡੀ ਹਸਤੀਆਂ ਨੇ ਕੀਤੀ ਹੈ। ਸਾਡੇ ਅੱਜ ਦੇ ਪ੍ਰਾਹੁਣੇ ਉਹ ਸ਼ਖਸੀਅਤ ਨੇ ਜਿਨ੍ਹਾਂ ਦਾ ਖਾਨਦਾਨ ਗੁਜ਼ਿਸ਼ਤਾ 50 ਵਰ੍ਹਿਆਂ ਤੋਂ ਇਸ ਤਾਰੀਖੀ ਮਸਜਿਦ ਦੀ ਇਮਾਮਤ ਕਰ ਰਿਹਾ ਹੈ। ਸਾਡੇ ਅੱਜ ਦੇ ਪ੍ਰਾਹੁਣੇ ਉਹ ਸ਼ਖਸੀਅਤ ਨੇ ਜਿਨ੍ਹਾਂ ਦਾ ਖਾਨਦਾਨ ਗੁਜ਼ਿਸ਼ਤਾ 50 ਵਰ੍ਹਿਆਂ ਤੋਂ ਇਸ ਤਾਰੀਖੀ ਮਸਜਿਦ ਦੀ ਇਮਾਮਤ ਦੇ ਫਰਾਈਜ਼ ਅੰਜਾਮ ਦੇ ਰਿਹਾ ਹੈ। ਇਹਨਾਂ ਦੇ ਵਾਲਿਦ ਮੌਲਾਨਾ ਸੈਯਦ ਅਬਦੁਲ ਕਾਦਰ ਆਜ਼ਾਦ, ਜਿਨ੍ਹਾਂ ਨੂੰ ਇਤਿਹਾਦੇ ਉਮਤ ਦਾ ਸਫੀਰ ਕਿਹਾ ਜਾਂਦਾ ਹੈ, ਉਹ ਵੀ ਇਸ ਮਸਜਿਦ ਦੇ ਇਮਾਮ ਰਹੇ ਨੇ ਤੇ ਉਹਨਾਂ ਦੀ ਵਫਾਤ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦੇ ਗੁਜ਼ਿਸ਼ਤਾ 22 ਵਰ੍ਹਿਆਂ ਤੋਂ ਐਸੇ ਤਾਰੀਖੀ ਮਸਜਿਦ ਦੀ ਇਮਾਮਤ ਦੇ ਫਰਾਈਜ਼ ਅੰਜਾਮ ਦੇ ਰਹੇ ਨੇ ਤੇ ਇਹਦੇ ਨਾਲ ਇਹ ਮਰਕਜ਼ੀ ਰੂਅਤ-ਏ ਹਲਾਲ ਕਮੇਟੀ ਦੇ ਚੇਅਰਮੈਨ ਵੀ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਮੌਲਾਨਾ ਸੈਯਦ ਅਬਦੁਲ ਖਬੀਰ ਆਜ਼ਾਦ ਸਾਹਿਬ ਦੇ ਨਾਲ। ਮੌਲਾਨਾ ਅਬਦੁਲ ਖਬੀਰ ਆਜ਼ਾਦ ਨੇ ਸਾਨੂੰ ਜੀ ਆਇਆਂ ਨੂੰ ਆਖਿਆ ਔਰ ਅੰਦਰੂਨ ਲਾਹੌਰ ਸ਼ਹਿਰ ਦਾ ਸਪੈਸ਼ਲ ਨਾਸ਼ਤਾ ਵੀ ਕਰਵਾਇਆ, ਜਿਹਦੇ ਵਿੱਚ ਪਾਏ, ਪੂਰੀਆਂ, ਚਨੇ ਔਰ ਅੰਦਰੂਨ ਸ਼ਹਿਰ ਦਾ ਮਖਸੂਸ ਹਲਵਾ ਵੀ ਸ਼ਾਮਲ ਸੀ। ਮੌਲਾਨਾ ਬਹੁਤ ਬਹੁਤ ਸ਼ੁਕਰੀਆ, ਬੜਾ ਪੁਰਤਕੱਲਫ ਤੁਸੀਂ ਨਾਸ਼ਤੇ ਦਾ ਇੰਤਜ਼ਾਮ ਕੀਤਾ ਸੀ ਔਰ ਬੜਾ ਰਵਾਇਤੀ ਕਿਸਮ ਦਾ ਨਾਸ਼ਤਾ, ਤੁਹਾਡੇ ਇਸ ਇਲਾਕੇ ਦਾ ਇਹ ਬੜਾ ਰਵਾਇਤੀ ਨਾਸ਼ਤਾ ਹੈ ਔਰ ਤੁਹਾਡਾ ਦਸਤਰਖਾਨ ਜਿਹੜਾ ਹੈ ਇਹ ਤੇ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਹੀ ਅਸੀਂ ਵਸੀਹ ਪਾਇਆ। ਤੁਹਾਡੇ ਵਾਲਿਦ ਸਾਹਿਬ ਵੀ ਬੜੇ ਖੁਸ਼ ਖੁਰਾਕ ਸਨ ਮਾਸ਼ਾਅੱਲਾ। ਤੇ ਤੁਸੀਂ ਖਾਣਿਆਂ 'ਚ ਕੀ ਪਸੰਦ ਕਰਦੇ ਹੋ? ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸਭ ਤੋਂ ਪਹਿਲੇ ਤੇ ਮੈਂ ਭਾਈ ਅਜਮਲ ਸਤਾਰ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਸਾਡੇ ਘਰ ਤਸ਼ਰੀਫ ਲੈ ਆਏ ਹੋ। ਇਹ ਇੱਕ ਤੇ ਲਾਹੌਰ ਔਰ ਇੱਕ ਸਾਡੇ ਘਰ, ਕਿਉਂਕਿ ਅਸੀਂ ਤੁਹਾਨੂੰ ਪਤਾ ਸੈਯਦ ਲੋਕ ਹੈਗੇ ਹਾਂ ਤੇ ਰਵਾਇਤ ਨੇ ਕਿ ਭਈ ਨਾਸ਼ਤੇ ਦੇ ਵਕਤ ਨਾਸ਼ਤਾ ਹੋਏਗਾ, ਖਾਣੇ ਦੇ ਵਕਤ ਖਾਣਾ ਹੋਏਗਾ ਤੇ ਇਸੇ ਤਰ੍ਹਾਂ ਜਿਹੜਾ ਹੈ ਸਾਰਾ ਸਿਲਸਿਲਾ ਜਿਹੜਾ ਉਹ ਚੱਲਦਾ ਹੈ। ਔਰ ਮਹਿਮਾਨ ਨਵਾਜ਼ੀ 'ਚ ਸਾਡੇ ਵਾਲਿਦ ਸਾਹਿਬ ਦਾ ਵੀ ਦਸਤਰਖਾਨ ਮਸ਼ਹੂਰ ਸੀ ਔਰ ਇਹ ਦਸਤਰਖਾਨ ਦੇ ਨਾਲ ਨਾ ਸੱਚੀ ਗੱਲ ਹੈ ਜਮਲ ਭਾਈ, ਬੜੀ ਮੁਹੱਬਤਾਂ ਪੈਦਾ ਹੁੰਦੀਆਂ, ਬੜੀ ਕੁਰਬਤਾਂ ਪੈਦਾ ਹੁੰਦੀਆਂ ਨੇ ਔਰ ਅਸੀਂ ਉਹਨੂੰ ਆਪਣੇ ਘਰ 'ਚ ਵੀ ਦੇਖਿਆ, ਅਸੀਂ ਉਹਨੂੰ ਪੂਰੀ ਦੁਨੀਆ 'ਚ ਦੇਖਿਆ ਔਰ ਬਿਲਖਸੂਸ ਮਦੀਨਾ ਤയ്यबा ਚਲੇ ਜਾਓ, ਮੱਕਾ ਮੁਕਰਮਾ ਚਲੇ ਤੇ ਰਮਜ਼ਾਨ ਸ਼ਰੀਫ ਤੁਸੀਂ ਦੇਖੋਗੇ ਸਫਰੇ ਲੱਗੇ ਨੇ ਤੇ ਬੱਚੇ ਫੜ ਕੇ ਬਿਠਾ ਰਹੇ ਨੇ ਤੇ ਇਹ ਵੀ ਅੱਲਾਹ ਦੇ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਮੈਂ ਸਮਝਦਾ ਕਿ ਆਪ ਸੱਲੱਲਾਹੁ ਅਲੈहि ਵਸੱਲਮ ਦੇ ਕੋਲੋਂ ਮਿਲਦੀ ਹੈ ਸਾਨੂੰ ਇਹ ਚੀਜ਼ ਕਿ ਦਸਤਰਖਾਨ ਔਰ ਸੁਫਰੇ ਨੂੰ ਜ਼ਿਆਦਾ ਤੋਂ ਜ਼ਿਆਦਾ, ਔਰ ਜੋ ਸੁਫਰਾ ਜਿਸ ਘਰ 'ਚ ਹੋਏਗਾ ਉਸ ਘਰ ਦੇ 'ਚ ਬੜੀ ਬਰਕਤ ਹੋਏਗੀ। ਬਿਲਕੁਲ ਇਹ ਗੱਲ ਤੇ ਬਿਲਕੁਲ ਬਜਾ ਹੈ। ਤੇ ਤੁਹਾਨੂੰ ਖਾਣਿਆਂ 'ਚ ਕਿਹੜੀ ਚੀਜ਼ ਖਾਸ ਤੌਰ ਤੇ ਪਸੰਦ ਹੈ ਜੀ? ਆਪਣੇ ਘਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਇਹ ਪਾਏ, ਚਨੇ, ਇਹ ਨਿਹਾਰੀਆਂ, ਇਹ ਤਕਰੀਬਨ ਸਾਰੀਆਂ ਡਿਸ਼ਾਂ ਹੀ ਮੈਨੂੰ ਜਿਹੜੀਆਂ ਸੁਬਹ ਦੇ ਨਾਸ਼ਤੇ, ਮਗਰ ਹੁਣ ਨਹੀਂ ਅਸੀਂ ਇਹ ਖਾ ਸਕਦੇ ਜ਼ਿਆਦਾ ਤੇ ਹੁਣ ਜ਼ਿਆਦਾਤਰ ਤੁਹਾਨੂੰ ਪਤਾ ਬ੍ਰੇਕਫਾਸਟ ਵਿੱਚ ਅੰਡਾ ਹੋ ਗਿਆ, ਡਬਲ ਰੋਟੀ ਹੋ ਗਈ, ਜਾਂ ਤੁਹਾਡੇ ਮਹਿਮਾਨ ਆਏ ਤੇ ਉਹਨਾਂ ਦੇ ਨਾਲ ਜ਼ਰਾ ਥੋੜਾ ਜਿਹਾ ਪਰਹੇਜ਼ ਕਰ ਲੈਂਦੇ ਬਾਕੀ ਨਹੀਂ। ਔਰ ਇਸੇ ਤਰ੍ਹਾਂ ਬਿਰਿਆਨੀ ਜਿਸ ਤਰ੍ਹਾਂ ਘਰ 'ਚ ਬਣਦੀ ਹੈ। ਤੇ ਮੌਲਾਨਾ ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ? ਬਚਪਨ 'ਚ ਸ਼ਰਾਰਤੀ ਸੋਚ ਤੇ ਜਾਂ ਇਸੇ ਤਰ੍ਹਾਂ ਦੇ ਸੰਜੀਦਾ ਰਵੱਈਆ ਸੀ ਸ਼ੁਰੂ ਤੋਂ ਹੀ? ਮੇਰਾ ਨਾ ਸ਼ੁਰੂ ਤੋਂ ਹੀ ਕੋਈ ਜ਼ਰਾ ਐਸਾ ਰਿਹਾ ਹਮੇਸ਼ਾ ਮਿਜ਼ਾਜ ਜਿਹੜਾ ਹੈਗਾ ਕਿ ਮੈਂ ਜ਼ਿਆਦਾ ਸ਼ਰਾਰਤੀ ਨਹੀਂ ਹੈਗਾ ਸੀ ਘਰ 'ਚ ਔਰ ਮੈਨੂੰ ਕੋਈ ਬੋਲਾ ਬਾਲਾ ਲਫ਼ਜ਼ਾਂ ਨਾਲ ਵੀ ਪੁਕਾਰਿਆ ਜਾਂਦਾ ਸੀ ਘਰ ਦੇ ਵਿੱਚ। ਮਗਰ ਇਹ ਹੈ ਕਿ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਗੱਲ ਦੀ ਹੁੰਦੀ ਹੈ ਨਾ ਉਹ ਹੈਗੀ ਹੈ ਕਿ ਮੈਨੂੰ ਆਪਣੇ ਵਾਲਿਦ ਸਾਹਿਬ ਰਹਿਮਤੁल्लाह ਅਲੈਹ ਦੀ, ਕਿਉਂਕਿ ਉਹਨਾਂ ਦੀ ਮਹਿਫਿਲ 'ਚ ਕੋਈ ਆ ਕੇ ਅੱਧਾ ਘੰਟਾ 2 ਘੰਟੇ ਬਹਿ ਜਾ ਤੇ ਉਹਨਾਂ ਨੂੰ ਬਹੁਤ ਕੁਝ ਤੇ ਅਸੀਂ ਤੇ ਇਸ ਘਰ 'ਚ ਪੈਦਾ ਹੋਏ ਸੀ ਤੇ ਉਹਨਾਂ ਨੇ ਜਿਹੜੀਆਂ ਦੁਆਵਾਂ ਦਿੱਤੀਆਂ ਸਾਨੂੰ, ਉਹ ਦੁਆ ਜਿਹੜੀ ਹੈ ਨਾ ਅੱਜ ਮਾਸ਼ਾਅੱਲਾ ਇਸ ਅਰੂਜ ਤੇ ਇਸ ਰੁਤਬੇ ਤੇ, ਚਾਹੇ ਉਹ ਬਾਦਸ਼ਾਹ ਮਸਜਿਦ ਦੀ ਖਿਦਮਤ ਹੋਏ, ਚਾਹੇ ਉਹ ਮੁਲਕ ਦੀ ਖਿਦਮਤ ਹੋਏ, ਚਾਹੇ ਰੋਇਤ ਹਿਲਾਲ ਦੀ ਜ਼ਿੰਮੇਦਾਰੀ ਹੋਏ, ਚਾਹੇ ਆਲ ਦਾ ਪਾਕਿਸਤਾਨ ਜਾਂ ਆਲ ਦਾ ਵਰਲਡ,
ਦੁਨੀਆ 'ਚ ਮਜ਼ਹਬੀ ਹਮਾਂਗੀ ਦੀ ਹੋਏ ਤਾਂ ਅੱਲਾਹ ਤਾਲਾ ਨੇ ਬੜਾ ਕਰਮ ਕੀਤਾ ਹੈ ਕਿ ਅੱਲਾਹ ਤਾਲਾ ਨੇ ਉਹਨਾਂ ਦੀ ਦੁਆ ਦੀ ਬਰਕਤ ਨਾਲ ਅੱਲਾਹ ਨੇ ਇਹ ਸਾਰੀਆਂ ਚੀਜ਼ਾਂ ਅਤਾ ਕੀਤੀਆਂ। ਮੌਲਾਨਾ ਤੁਹਾਡੇ ਵਾਲਦ ਸਾਹਿਬ ਬੜੇ ਇਲਮ ਵਾਲੇ ਬੰਦੇ ਸਨ ਤੇ ਤੁਸੀਂ ਉਹਨਾਂ ਦੇ ਇਲਮ ਤੋਂ ਕੀ ਫਾਇਦਾ ਚੁੱਕਿਆ? ਕਿਆ ਤੁਸੀਂ ਉਹਨਾਂ ਨੇ ਤੁਹਾਡੀ ਰਹਿਨੁਮਾਈ ਕੀਤੀ ਬਕਾਇਦਾ ਤੌਰ ਤੇ, ਤੁਹਾਡੀ ਤਰਬੀਅਤ ਕੀਤੀ ਬਕਾਇਦਾ ਤੌਰ ਤੇ दीन ਦੇ ਹਵਾਲੇ ਨਾਲ? हमारी या कोई भी शख्स उसकी तरबियत का जड़ा हिस्सा है ਉਹਦਾ घर है। और ਜਦੋਂ ਮੇਰੇ वालिद जैसा वालिद मिल जाए, ਤੁਹਾਨੂੰ ਪਤਾ ਸਨ 74 'ਚ ਉਹਨਾਂ ਨੇ ਇੱਥੇ ਨਮਾਜ਼ ਪੜ੍ਹਾਈ, ਸਾਰੇ ਬਾਦਸ਼ਾਹ ਪਿੱਛੇ ਖੜੇ ਸੀ ਔਰ ਇੱਕ ਇਮਾਮ ਦਰਵੇਸ਼ ਅੱਗੇ ਖੜਾ ਸੀ ਔਰ ਅੱਲਾਹ ਤਾਲਾ ਨੇ ਉਹਨੂੰ ਇਮਾਮ ਬੜਾ ਵੱਡਾ ਇਜ਼ਾਜ਼ ਸੀ ਉਹਨਾਂ ਦਾ ਜੀ, ਇਮਾਮ ਮੁਸੱਲਤੀਨ ਦਾ ਰੁਤਬਾ ਦੇ ਦਿੱਤਾ। ਤੇ ਮੇਰਾ ਇਬਤਦਾਈ ਜਿਹੜਾ ਤਾਲੀਮ ਹੈ ਉਹ ਮੇਰੇ ਵਾਲਿਦ ਦੇ ਕੋਲ ਔਰ ਉਹਨਾਂ ਦੇ ਕੋਲੋਂ ਹੀ ਮੈਂ ਹਾਸਲ ਕੀਤੀ ਅਲਹਮਦੁਲਿਲਾ। ਫਿਰ ਮੁਖਤਲਿਫ ਇਦਾਰਿਆਂ 'ਚ ਅਲਹਮਦੁਲਿਲਾ ਪੜ੍ਹਦਾ ਰਿਹਾ। ਫਿਰ ਜ਼ਾਹਿਰ ਗੱਲ ਹੈ ਕਿ ਇੱਕ ਸਾਡੀ ਸਨਦ ਸ਼ਹਾਦਤੁਲ ਆਲਮੀਆ ਹੁੰਦੀ ਹੈ ਜਿਹੜੀ ਕਿ ਆਲਿਮ ਦੀ ਹੁੰਦੀ ਹੈ, ਉਹ ਵੀ ਅਸੀਂ ਹਾਸਲ ਕੀਤੀ। ਫਿਰ ਮਿਸਰ ਵਿੱਚ ਵੀ ਮੈਂ ਕੁਝ ਟਾਈਮ ਗੁਜ਼ਾਰਿਆ ਤੇ ਅੱਲਾਹ ਦਾ ਸ਼ੁਕਰ ਕਿ ਅੱਲਾਹ ਤਾਲਾ ਨੇ ਬੜਾ ਕਰਮ ਕੀਤਾ ਕਿ ਵਾਲਿਦ ਸਾਹਿਬ ਦੀ ਰਹਿਨੁਮਾਈ 'ਚ ਅੱਗੇ बढ़ते गए और अल्लाह ताला ने एक वक्त आया कि बादशाह मस्जिद का इमाम ला छड़िया और फिर मैं उत्थे अपनी स्ट्रगल और ज़्यादा बढ़ाया और ज़्यादा प्रूफ किया और ज़्यादा काम किया। फिर अल्लाह ताला ने खतीब की जिहड़ी मेरी सीट है खतीब और इमाम वो अल्लाह ताला तो अल्हम्दुलिल्लाह उत्थे खिदमत कर रहे हैं। मतलब बादशाही मस्जिद की इमामत एडा वड्डा रुतबा माशाअल्लाह ते ਇਹ ਪਿਓਰਲੀ ਜਿਹੜਾ ਹੈ ਖਾਲਿਸਤਨ ਮੁਸਲਮਾਨਾਂ ਵਾਸਤੇ ਇੱਕ ਮਸਜਿਦ ਬਣੀ ਤੇ ਮੁਸਲਮਾਨਾਂ ਨੇ ਉੱਥੇ ਆ ਕੇ ਨਮਾਜ਼ਾਂ ਪੜ੍ਹਨੀਆਂ ਨੇ ਸਾਰਿਆਂ ਨੇ। ਇਹਦੇ ਨਾਲ ਨਾਲ ਬੈਨਲ ਮਜ਼ਾਹਬ ਹਮਾਂਗੀ ਦਾ ਜਿਸਲੇ ਜ਼ਿਕਰ ਆਉਂਦਾ ਹੈ ਤੇ ਉੱਥੇ ਹਰ ਮਜ਼ਹਬ ਦੇ ਲੋਕਾਂ ਨੇ ਵੀ ਆਣਾ ਹੈ ਤੇ ਤੁਸੀਂ ਇਹ ਦੋਨਾਂ ਚੀਜ਼ਾਂ ਨੂੰ ਕਿਵੇਂ ਇਕੱਠਾ ਰੱਖ ਕੇ ਤੁਸੀਂ ਮਤਲਬ ਇਹਨੂੰ ਚਲਾ ਪਾ ਰਹੇ ਹੋ? ਦੇਖੋ ਗੱਲ ਇਹ ਹੈ ਕੁਰਾਨ ਮਜੀਦ ਨੇ ਸਾਨੂੰ ਹਰ ਅਸਲੂਬ ਸਿਖਾਇਆ ਹੈ, हर गल दसी है, हर गल बताई है। तो अगर असी कुरान मजीद नूं फॉलो करिए जिहड़ी अल्लाह ताला दी किताब है तो सानू उत्थों रस्ते मिलते हैं। हुण देखो कुरान कहंदा वा अतसिमू बिहब्लिल्लाहि जमीअन वला तफर्रक कि अल्लाह ताला दी रस्सी नूं मजबूती नाल थाम लो और तफर्रकात विच मत बटो। तो असी सारे मिल के बहैसियत मुसलमान अज लैके अगे जा रहे हैं और कुरान करीम दी इस आयत नूं जिहड़ा कि सानू रहनुमाई दे रही है। अच्छा हुण अगे अगर असी चले जाइए तो तुसीं कहंदे हो यार ये मसीही ने मुख्तलिफ मज़ाहिब ने, तो कुरान मजीद की आयत अल्लाह ताला दा फरमान है कुल या अहलल किताब तालौ इला कलिमत सवाइन बैनना व बैनकुम अल्लाह ना कि तुहाडे ते अहले किताब दे दरमियान जिहड़ियां चीज़ां मुश्तरक उन्हां उत्ते कर लो। फिर असी की करते हैं लकुम दीनुकुम, कुरान ये भी दस रहे लकुम दीनुकुम वलिय दीन के अपने अपने दिन। तो अल्हम्दुलिल्लाह 50 साल पहले मेरे वालिद ने बैनुल मसालिक और बैनुल मज़ाहिब ओदी बुनियाद रखी हमांगी दी इस पाकिस्तान और कोशिश की कि तमाम नफरतों को ख़त्म किया जाए। और इसी तरह सिर्फ ए नहीं कि मैं क्या वलकत करम न बनी आदम कि अल्लाह ने आदम की औलाद को इज्जत अता की है, बल्कि ਇਹਦਾ प्रैक्टिकल साढ़े और तुहाडे पैगंबर और मोहसिन इंसानियत मोहसिन कायनात हज़रत मुहम्मद सल्लल्लाहु अलैहि वसल्लम ने जो आखिरी हज्जतुल विदा का खुतबा अता फरमाया तो आपने फरमाया कि यह दीन मुकम्मल हो चुके, अल यौम अकमलतु लकुम दीनकुम व अतममतु अलैकुम निअमती व रज़ीतु लकुमुल इस्लाम दी कि यह दीन उन मुकम्मल हो चुके, इस तो बाद कोई दीन और नहीं आएगा। फिर फरमाया कि ए किताब तुरात अंजील ज़बूर तो बाद कुरान करीम ख़त्मुल किताब आखिरी किताब, इस तो बाद उन कोई और किताब नहीं आएगी। और फिर फरमाया कि अना ख़ातमुन नबिय्यीन ला नबिय्य बादी कि मेरे बाद और कोई नबी नहीं आए और मैं आखिरी नबी और रसूल बना के भेजा और जो भी आगे करेगा वो झूठा होएगा, बेईमान होएगा। साहबा नू फरमाया कि उन ऐसी दीन नू लैके तुसी अगे नहीं। फिर अरबी नू अजमी ते, अजमी नू अरबी ते, अमीर नू गरीब ते, गरीब नू अमीर ते, काले नू गोरे ते, गोरे नू काले ते, कोई फोक फजीलत हाज़िर इल्ला बित्तको। हुण इंसान दा मरतबा आ रहा है। रसूलुल्लाह सल्लल्लाहु अलैहि वसल्लम ने बिलाल नू बुलाया, फरमाया बिलाल इस काबे दी छत ते खड़ा हो जा।
हज़रत बिलाल कहने लगे या रसूलल्लाह मैं असल अल्लाह दे रसूल सल्लल्लाहु अलैहि वसल्लम बिलाल दा मरतबा ते बताया जा रहा मगर अल्लाह दे नबी सल्लल्लाहु अलैहि वसल्लम इंसानियत और इंसान दे मरतबे और मकाम नूं भी बता रहे थे कि इंसान दा मरतबा और मकाम की है। या रसूलल्लाह मैं और काबे की छत पे फरमाया हाँ हाँ बिलाल इस काबे की हुरमत से मोमिन दी हुरमत ज़्यादा है। ते ਇਹ ਗੱਲ ਇਸ ਵਾਸਤੇ ਤੁਸੀਂ ਸਰ ਜੀ ਅੱਜ ਉਹ ਇੱਜ਼ਤਾਂ ਸਾਨੂੰ ਉਹ ਰਿਫਤਾਂ ਲੈ ਕੇ ਅੱਗੇ बढ़नी ਚਾਹੀਦੀਆਂ ਨੇ क्योंकि रसूलुल्लाह सल्लल्लाहु अलैहि वसल्लम सारे जहाना वास्ते रहमत बना के बे आपने इंसानियत ਨੂੰ उठाया और उठा के मरतबे ते पहुँचा और दस दिता कि इंसान का मकाम की। तो अज मैं समझदा कि सानू एक कुरान करीम तो दोनों चीज़ां मिल गई, इत्थे मसालक भी मिल गए ते मज़ाहिब भी कि किस तरह तुसी एक दूसरे दे नाल चलना वो भी मिल गया। अल्लाह का शुक्र है। आखिरी गल कर रहे हैं, पाकिस्तान नहीं दुनिया च इस पैगाम नूं लैके दरवेश चल रहा है क्योंकि पाकिस्तान मेरा मुल्क है और पाकिस्तान तो उठन वाला जिहड़ा पैगाम है वो दुनिया च मैं समझदा कि उन्होंने आम करने की ज़रूरत है और आज दुनिया उन्होंने देख रही है। बिल्कुल ठीक है। नाजरीन, मौलाना सैयद अब्दुल खबीर आज़ाद साहब नाल गल्लां तुसीं सुन रहे हो। इन्हां नाल गुफ्तगू का सिलसिला साडा जारी रहेगा। इत्थे टाइम होया है एक ब्रेक का, तो ब्रेक के बाद दोबारा हाज़र होने हैं। मौलाना तुसी मेरा ख्याल है कि बादशाही मस्जिद जैसी वड्डी तारीखी मस्जिद आलमगीरी मस्जिद दे कम उम्र तरीन इमाम होवोगे मेरा ख्याल है। तो इन्नी कम उम्री च एडा वड्डा रुतबा मिल जाना और फिर उन्होंने तुसी समझते हो कि तुसी तुहाडे कंधियां ते जिहड़ी जिम्मेदारी आई तुसी उन्होंने ऐसन तरीके नाल अंजाम देने की कोशिश कर रहे हो। अजमल भाई सच्ची गल है कि मैं कभी नहीं सोचा सी कि मैं इत्थे दा इमाम बन जाऊँगा। और ठीक है असी दीन पढ़ते सी, दीन सीखते सी, सारा कुछ सी, मगर सच्ची गल है ये कि अल्लाह ताला दा इनाम है। और किस तरह इमामत बस वो मेरे वालिद साहब रहमतुल्लाह अलैह ने अपनी ज़िंदगी च फरमाया कि बेटे मैं चाहना मैं इस मुसल्ले की खिदमत की है तो मेरी औलाद चो भी कोई बंदा ऐसा होवे कि हुण असी मतलब 6 भाई है तो 6वां चो अल्लाह ताला ने मैनू एहसास दिता कि अल्लाह ने इस मुसल्ले की खिदमत दी और खुद वल्ला ए मस्जिद दे नाल मैनू इश्क है, मेरे वालिद नू इश्क सी और मैं समझदा कि इस मस्जिद दे नाल मुहब्बत मेरी इज्जत दा बाइस है, मेरी अजमत दा बाइस है, मेरी रिफत दा बाइस है। मौलाना बहुत सारे गैर मुस्लिम मस्जिद च तशरीफ लियाते हैं तो उन्होंने वास्ते कोई ज़ाब्ता बनाया होया तुसी कोई मतलब बाकायदा खास तौर पर जोड़े गैर मुस्लिम आते हैं उन्होंने वास्ते? असल च है कि असी किसी को रोक नहीं सकते क्योंकि एक बहुत बड़ा असासा है, मगर असी उसदे विच कुछ SOPs इस तरह के रखे ने कि जो कोई गैर मुल्क के लोग आएंगे तो उन्होंने वास्ते कुछ ऐसी चादर लैके रखिया ने कि अगर उन्होंने पिंडियाँ नंगियाँ ने या कोई ऐसा मसला है तो वो चादर पा के मस्जिद दाखिल होंगे। फिर उस तो बाद साडा इत्थे एक प्रोटोकॉल का निज़ाम भी है, मतलब कि जिहड़ा साडी गौरमेंट पंजाब और साडे जिहड़ा महकमा उका पंजाब की तरफों बकायदा असी कुछ लोगों नूं रखिया है जिहड़ा कि वो आने वाले जिहड़े भी मेहमान हो उन्होंने मस्जिद के बारे दसदे ने। इस वेले फितनतुल ख्वारिज, फितनतुल हिंदुस्तान ते तहरीक तालिबान पाकिस्तान जड़े ने ये पाकिस्तान के अंदर एक दफ़ा फिर दहशतगर्दी दीयां कार्रवाइयां बहुत तेज़ कर रहे हैं। तुसी जड़े उलमा इकराम ने खास तौर पर तुहाडा जड़ा अपना किरदार है वो अमन वास्ते हमेशा तुसी सरे फहरिस्त नज़र आए हो तो इस मौके ते तुसी की कहना चाहोगे तो तुसी की किरदार अदा करना चाहोगे? ये जड़ा फितना अल खवारिज है या उस तरह बलूचिस्तान कुव्वतां ने या दूसरी जगह कुव्वतां ने ये सारी दी सारी साड़ी दुश्मनान जिहड़े पाकिस्तान दे ने मतलब कि जिहड़े समझते हैं कि सानू बहुत बड़ी शिकस्त हुई है पाकिस्तान ने दिती है। हुण वो चाहते हैं कि असी इन्हां दे अंदर किसी तरीके दे नाल कोई लावा या कोई ऐसिया चीज़ां करिए ताकि जिहड़ा है पाकिस्तान दा अमन, पाकिस्तान दा इंतशार ते इंशाअल्लाह जदों कौमां मुतहद होंदियां ने ना
ਇਹ ਫਿਤਨੇ ਸ਼ਿਤਨੇ ਸਾਰੇ ਅੱਲਾ ਦੇ ਫਜ਼ਲ ਇਸ ਤੋਂ ਨਾਬੂਦ ਹੁੰਦੇ ਨੇ। ਇੱਕ ਤੁਹਾਨੂੰ ਮੈਂ ਬਿਆਨੀਆ ਦਿਖਾਣਾ ਚਾਹਨਾ ਜਿਹੜਾ ਕਿ ਅਸੀਂ ਇਹਨਾਂ ਵਾਸਤੇ ਹੀ ਤਿਆਰ ਕੀਤਾ ਹੈ, ਉਹ ਹੈ ਪੈਗਾਮ ਪਾਕਿਸਤਾਨ ਹੈ। ਇਹ ਪਾਕਿਸਤਾਨ ਦਾ ਨੈਰੇਟਿਵ ਹੈ ਅਜਮਲ ਭਾਈ। ਇਹਦੇ ਵਿੱਚ ਮੈਂ ਸਮਝਦਾ ਕਿ ਪੂਰੇ ਪਾਕਿस्तान ਦੇ जय्यद उलमा बड़े बड़े जी जी हज़रत शेखुल इस्लाम, हज़रत मौलाना तकी उस्मानी हो गए, हज़रत मुफ्ती मुनीबुर रहमान हो गए और मुख्तलिफ उलमा मशाइख हस्तियाँ सब असी ਇਹਦੇ ਵਿੱਚ ਅਲਹਮਦੁਲਿਲਾ ਕਿਰਦਾਰ ਅਦਾ ਕਰ। ਇਹ ਪੈਗਾਮ ਪਾਕਿਸਤਾਨ ਜਿਹੜਾ ਹੈ ਇਹਦੇ ਦਹਿਸ਼ਤਗਰਦੀ ਨੂੰ ਹਰਾਮ ਕਰਾ ਦਿਆ, ਇਹਦੇ ਇੰਤਸ਼ਾਰ ਨੂੰ ਹਰਾਮ ਕਰਾ ਦਿਆ, ਇਹਦੇ ਫਿਰਕਾਵਾਰੀਅਤ ਨੂੰ ਹਰਾਮ, खुदकश हमले पाकिस्तान में हराम करार दिते गए और फिर रियासत और रियासत हथियार उठाने गैर शरी करार दिता गया है। यह पैगाम पाकिस्तान का नैरेटिव बयानी है जिहदे उत्ते मुफ्ती आज़म शेखुल अज़हर दे भी ਇਹਦੇ ਉੱਤੇ ਸਾਈਨ ਨੇ, ਮੁਫਤੀ ਆਜ਼ਮ ਅਜ਼ਹਰ ਦੇ ਵੀ ਸਾਈਨ ਨੇ। ਇਹਦੇ ਉੱਤੇ ਜਿਹੜੇ ਵਰਲਡ ਮੁਸਲਿਮ ਲੀਗ ਦੇ ਸੈਕਟਰੀ ਜਨਰਲ ਨੇ जनाब डॉक्टर अब्दुल करीम ईसा साहब राबतार में उन्होंने भी, इमाम काबा सुदेस मुख्तलिफ दुनिया के मुफ्ती आजम ने और अज दुनिया सराया जा रहा है अलहमदुलिल्लाह। और इन्ने दहशतगर्दी की पाकिस्तान कमर नूं तोड़िया क्यों? असी मिंबर महराब के जरिए आवाम इस प्रचार नूं इनू आवाम तक पहुँचाने वास्ते, मतलब इनू आम करने वास्ते कुछ कर रहे हो तुसी? मतलब क्योंकि बहुत सारे लोगों नूं हाले भी ਇਹਦੇ ਹਵਾਲੇ ਨਾਲ ਨਹੀਂ ਪਤਾ। ਇਹ ਹਰ ਜਗ੍ਹਾ ਤੇ ਹਰ ਸਤ੍ਹਾ ਤੇ ਅਸੀਂ ਪੂਰੇ ਪਾਕਿਸਤਾਨ ਜਿਹਦੀਆਂ ਕਾਨਫਰੰਸਾਂ ਵੀ ਕੀਤੀਆਂ ਨੇ ਔਰ ਇਹ ਨਹੀਂ ਸਿਰਫ ਅਸੀਂ ਬਲਕਿ ਹਰ ਮਸਜਿਦ ਤੋਂ, ਹਰ ਖਾਨਕਾਹ ਤੋਂ, ਹਰ ਇਮਾਮ ਬਾਰਗਾਹ ਤੋਂ, ਹਰ ਮਸਲਕ ਦੀ ਮਸਜਿਦ ਤੋਂ ਇਹ ਆਵਾਜ਼ ਉੱਠ ਰਹੀ ਔਰ ਹਰ ਘਰ ਦੀ। ਔਰ ਬਾਦਸ਼ਾਹੀ ਮਸਜਿਦ ਲਾਹੌਰ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਇਹਦਾ ਇੱਕ ਮਰਕਜ਼ ਹੈਗਾ ਔਰ ਇਹ ਹਰ ਘਰ ਦੀ ਆਵਾਜ਼ ਅਸੀਂ ਬਣਾ ਰਹੇ ਹਾਂ ਅਲਹਮਦੁਲਿल्लाह। इस वेले मैं बलोचिस्तान के उत्ते भी काम कर रहे हैं, खैबर पख्तूनख्वा भी असी काम कर रहे हैं। कोशिश साड़ी हैगी है कि असी किस तरह इन्हां लोगों नूं जिहड़ा हैगा इंतशार तो बचा सकते हैं और निफाक तो बचा सकते हैं, इस मुल्क नूं बचा सकते हैं। मौलाना आम तौर पर कहा जाता है कि ਜਿਹੜੇ ਮਦਾਰਸ ਨੇ ਉਹ ਸਾਡੇ ਇੱਥੇ ਇੰਤਹਾ ਪਸੰਦੀ ਦੇ ਹਵਾਲੇ ਨਾਲ ਉਹਨਾਂ ਦਾ ਵੀ ਕੋਈ ਕਿਰਦਾਰ ਹੈ ਵੇ ਕਿਤੇ ਨਾ ਕਿਸੇ ਜਗ੍ਹਾ ਤੇ, ਤੁਸੀਂ ਕੀ ਸਮਝਦੇ ਹੋ? ਇਹ ਸੱਚ ਹੈ? ਦੇਖੋ ਗੱਲ ਹੈਗੀ ਹੈ ਇਹ ਮਦਾਰਸ, ਇਹ ਮਸਾਜਿਦ ਇਸਲਾਮ ਦੇ ਕਿਲੇ ਹੈਗੇ ਨੇ ਔਰ ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਅਮਨ, ਮੁਹੱਬਤ, ਅਹੂਵਤ, ਭਾਈਚਾਰੇ ਦਾ ਮੈਸੇਜ ਦਿੱਤਾ ਹੈ। ਔਰ ਮਦਾਰਸ ਦੀਨੀਆਂ ਦੇ ਵਿੱਚ ਤੁਸੀਂ ਅਗਰ ਦੇਖੋਗੇ तो अल्लाह का शुक्र है कि पाकिस्तान की गल हो रही है और क्योंकि मुहब्बे वतन लोग ने सब तो यह साढ़े कुछ अहबाब कदी कदी इस तरह की गल करते हैं जिहड़ी कि बड़ी तकलीफ दे लगती है। अज देखो ऐसा इंस्टीट्यूट कि अज 30 लाख बच्चे मदरसियां पढ़ रहे हैं, ठीक है जी। तो इसी तरह यूनिवर्सिटी कॉलेजां स्कूलों भी लोग पढ़ रहे हैं और ये बच्चे मुफ्त तालीम हासिल कर रहे हैं, ठीक है ना जी। और यह तो मैं एक वफाक जिहड़ा ना ओदी गल कर रहे हैं, वफाकुल मदारस अल अरबिया दी। अगर तंजीमुल मदारस नूं देखो, वफाक सल्फिया नूं देखो, वफाक मदारस शिया नूं देखो, मजमअतुल अदिया देखो या मुख्तलिफ जिहड़े हुण और भी देखो तो तुसी देखोगे कि कितने ज़्यादा मदारस इस वेले जिहड़ा हैगा ना काम कर रहे हैं और बच्चों को मुफ्त तालीम दे रहे हैं। तो यह मैं समझदा कि इस तरह की गल नहीं करनी चाहिए बल्कि इन्होंने एप्रीसीएशन देनी चाहिए कि यार देखो इतने मदारस जिहड़ा है जनाबे वाला ये चलाए जा रहे हैं और मुफ्त तालीम दी जा। अच्छा हुण मदारस दीन दे नाल दुनियावी तालीम भी दी जा रही है और अलहमदुलिल्लाह इहदे उत्ते काम हो रहे हैं। अज सानू जिहड़ी इज्जत दी इस मदरसे ने दी है, इस काल अल्लाह काल रसूलुल्लाह सल्लल्लाहु अलैहि वसल्लम ने दी है। मैं सियासत तो हट के गल करदा, सियासत मौलवी का कहना ना अगर तुसी देखो मिंबरों महराब तो जितनी आवाम उलमा आइमा खुतबा की गल नूं समझदी और लैंदी है, तुसी दसो कोई और इदारा हो सकता? जी जी। तो यह कहना थोड़े जे लोग होंदे ने चंद इस तरह ਦੇ ਤੇ ਇਸ ਵਾਸਤੇ ਮੈਂ ਸਮਝਦਾ ਮਦਰਸਾ ਇੱਕ ਖੂਬਸੂਰਤ ਇਦਾਰਾ ਹੈ। ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਬਾਰੇ ਚ ਕੀ ਪੈਗਾਮ ਦਿਓਗੇ? ਬਸ ਉਹਨਾਂ ਨੂੰ ਹਕੂਮਤ ਚ ਬੈਠੇ ਲੋਕ ਵੀ ਇਹੋ ਜਿਹੀਆਂ ਗੱਲਾਂ ਕਰਦੇ ਮੈਂ ਸਮਝਦਾ ਕਿ ਉਹਨਾਂ ਨੂੰ ਆਪਣੇ ਜ਼ਿਹਨ ਨੂੰ ਸਹੀ ਕਰਨਾ ਚਾਹੀਦਾ ਹੈ ਔਰ ਐਸੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਫਿਰ
ਲੋਕ ਤੁਹਾਡੀ ਗੱਲ ਨੂੰ ਸੁਣਨਗੇ ਨਹੀਂ। ਔਰ ਹੁਣ ਦੇਖੋ ਉਹਨਾਂ ਦੀ ਗੱਲ ਤੋਂ ਬਾਅਦ ਕਿੱਥੋਂ ਕਿੱਥੋਂ ਗੱਲ ਨਹੀਂ ਉੱਠੀ ਜੀ। ਹਾਂਜੀ, ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਨਹੀਂ ਮਦਰਸਾ ਤੇ ਇੱਕ ਅੱਛਾ ਇਦਾਰਾ ਹੈ। ਇਹ ਕੀ ਗੱਲ ਹੋਈ ਕਿ ਤੁਸੀਂ ਜਿਹੜਾ ਇੱਕ ਦਫਾ ਇਸ ਤਰ੍ਹਾਂ ਕਹੋ ਔਰ ਦੂਸਰੀ ਦਫਾ ਨਹੀਂ। ਮਿਹਰਬਾਨੀ ਫਰਮਾ ਕੇ ਤੁਸੀਂ ਔਰ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਨਾ ਉਹਨਾਂ ਨੂੰ ਮੁਕੰਮਲ ਫਰਮਾ ਲਓ ਤਾਂ ਕਿ ਉਹ ਬੜੇ ਅੱਛੇ ਤਰੀਕੇ ਨਾਲ ਹੋ ਜਾਣ ਤਾਂ ਕਿ ਮੁਲਕ ਸਾਡਾ ਜਿਹੜਾ ਅੱਗੇ ਵਧ ਸਕੇ। ਬਾਕੀ ਇਹ ਮਦਰਸੇ ਵਾਲਾ ਸਾਡਾ ਕੰਮ ਹੈ ਰਹਿੰਦੇ ਹੋਏ ਇਨਸ਼ਾਅੱਲਾ ਚੱਲਦਾ ਰਹੇਗਾ। ਨਾਜ਼ਰੀਨ, ਇੱਥੇ ਟਾਈਮ ਹੋਇਆ ਹੈ ਇੱਕ ਬ੍ਰੇਕ ਦਾ, ਤੇ ਬ੍ਰੇਕ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਇਸ ਤੋਂ ਬਾਅਦ ਮੌਲਾਨਾ ਸਾਹਿਬ ਦੇ ਨਾਲ ਬਾਦਸ਼ਾਹੀ ਮਸਜਿਦ ਦਾ ਦੌਰਾ ਕਰਨ ਵਾਸਤੇ ਨਿਕਲੇ ਤੇ ਰਸਤੇ 'ਚ ਉਹਨਾਂ ਨਾਲ ਗੁਫ਼ਤਗੂ ਵੀ ਹੁੰਦੀ ਰਹੀ। ਮੌਲਾਨਾ, ਆਮ ਤੌਰ ਤੇ ਤੁਹਾਡਾ ਦਿਨ ਜਿਹੜਾ ਸਾਰਾ ਇਹ ਕਿਸ ਤਰ੍ਹਾਂ ਦਾ ਗੁਜ਼ਰਦਾ ਹੈ? ਮੇਰਾ ਦਿਨ ਜਿਹੜਾ ਬੜਾ ਬਿਜ਼ੀ ਗੁਜ਼ਰਦਾ ਹੈ ਔਰ ਜ਼ਿਆਦਾ ਸਫ਼ਰਾਂ 'ਚ ਗੁਜ਼ਰਦਾ ਹੈ, ਫਿਰ ਮੁਖਤਲਿਫ ਪ੍ਰੋਗਰਾਮਾਂ 'ਚ ਗੁਜ਼ਰਦਾ ਹੈ ਤੇ ਬਹੁਤ ਹੁਜ ਕਿਸਮ ਦੀ ਮੇਰੀ ਮਸਰੂਫੀਅਤ ਹੈਗੀ ਹੈ ਜੀ। ਅੱਛਾ, ਸਵੇਰ ਦਾ ਆਗਾਜ਼ ਕਿਸ ਤਰ੍ਹਾਂ ਕਰਦੇ ਹੋ? ਮਤਲਬ ਸੁਬਹ ਦਾ ਆਗਾਜ਼ ਤੇ ਤੁਹਾਨੂੰ ਪਤਾ ਹੈ ਫਜਰ ਦੀ ਨਮਾਜ਼ ਹੋ ਗਈ ਔਰ ਨਮਾਜ਼ ਤੋਂ ਬਾਅਦ ਜਿਹੜਾ ਹੈਗਾ ਥੋੜਾ ਜਿਹਾ ਆਰਾਮ ਹੋ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ 8 ਵਜੇ ਮੈਂ ਬ੍ਰੇਕਫਾਸਟ ਕਰਦਾ ਹੈਗਾ, ਮਤਲਬ ਨਾਸ਼ਤਾ ਕਰਦਾ। ਫਿਰ ਉਸ ਤੋਂ ਬਾਅਦ ਮੁਖਤਲਿਫ ਜਿਹੜੇ ਅਮੂਰ ਹੁੰਦੇ ਨੇ ਦਫ਼ਤਰੀ ਜਾਂ ਲੋਕ ਆਏ ਹੁੰਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਦਾ। ਔਰ ਇਸ ਤੋਂ ਇਲਾਵਾ ਸ਼ਹਿਰ ਭਰ ਦੇ ਵਿੱਚ ਕੁਝ ਪ੍ਰੋਗਰਾਮ ਹੋ ਰਹੇ ਹੁੰਦੇ ਨੇ। ਜ਼ਿਆਦਾ ਤੁਹਾਨੂੰ ਪਤਾ ਇਹਨਾਂ ਦੀ ਨੋਈਅਤ ਇਹ ਹੁੰਦੀ ਹੈ ਕਿ ਕੋਈ ਕਾਨਫਰੰਸ ਹੋ ਰਹੀ ਹੈ, ਕੋਈ ਮੁਖਤਲਿਫ ਮੌਜ਼ੂਆਤ ਦੇ ਉੱਤੇ ਉਹਨਾਂ ਦੀ ਸ਼ਿਰਕਤ ਹੈ, ਕਿਸੇ ਜਗ੍ਹਾ ਤੇ ਜਾਣਾ ਹੈਗਾ ਉਹ ਔਰ ਜ਼ਿਆਦਾ ਵਾਦਾ ਯੂਨਿਟੀ ਇਤਿਹਾਦ ਦੇ ਹਵਾਲੇ ਨਾਲ ਹੀ ਮਸਰੂਫੀਅਤ ਰਹਿੰਦੀ ਹੈ ਜੀ। ਅੱਜ ਸਾਡੇ ਮਾਸ਼ਰੇ 'ਚ ਅਗਰ ਦੇਖਿਆ ਜਾਵੇ ਤੇ ਜਿਹੜੀਆਂ ਮਾਸ਼ਰਤੀ ਬੁਰਾਈਆਂ ਨੇ ਇਹ ਮਤਲਬ ਬਜਾਏ ਘੱਟ ਹੋਣ ਦੇ ਇਹਨਾਂ 'ਚ ਬਹੁਤ ਇਜ਼ਾਫਾ ਹੁੰਦਾ ਜਾ ਰਿਹਾ। ਬਦਕਿਸਮਤੀ ਨਾਲ ਮਸਲਨ ਤਲਾਕ ਦੀ ਸ਼ਰ੍ਹਾ 'ਚ ਬੜਾ ਇਜ਼ਾਫਾ ਹੋ ਰਿਹਾ ਹੈ, ਖੁਦਕੁਸ਼ੀਆਂ 'ਚ ਇਜ਼ਾਫਾ ਹੋ ਰਿਹਾ ਹੈ। ਫਿਰ ਹੋਰ ਬੜੇ ਇਹ ਜਿਹੜੇ ਹਰਾਸਮੈਂਟ ਦੇ ਕੇਸ ਨੇ ਇਹ ਬੜੇ ਵੱਧਦੇ ਜਾ ਰਹੇ ਨੇ। ਕੀ ਵਜ੍ਹਾ ਸਮਝਦੇ ਹੋ ਇਹਦੀ? ਅਸਲ ਮੈਂ ਇਹ ਸਮਝਦਾ ਕਿ ਬੁਨਿਆਦੀ ਤੌਰ ਦੇ ਉੱਤੇ ਜੋ ਆਪਣੀ ਸਾਡੀ ਜ਼ਿੰਮੇਵਾਰੀ ਸੀ ਨਾ ਜੀ, ਅਸੀਂ ਉਸ ਤੋਂ ਜ਼ਰਾ ਥੋੜ੍ਹੇ ਦੂਰ ਹੋ ਗਏ। ਔਰ ਜਿਹੜਾ ਸਾਨੂੰ ਅੱਲਾਹ ਤਾਲਾ ਦਾ ਦੀਨ ਮਿਲਿਆ, ਅੱਲਾਹ ਤਾਲਾ ਦੀ ਕਿਤਾਬ ਕੁਰਾਨ ਕਰੀਮ ਮਿਲੀ, ਰਸੂਲੁल्लाह सल्लल्लाहु अलैहि वसल्लम ਦੀ ਸੀਰਤ ਮਿਲੀ, ਅਸੀਂ ਅੱਜ ਉਹਨੂੰ ਫਾਲੋ ਨਹੀਂ ਕਰ ਰਹੇ, ਜਿਹਦੀ ਵਜ੍ਹਾ ਨਾਲ ਅਸੀਂ ਮੁਖਤਲਿਫ ਹੁਣ ਦੇਖੋ ਰਾਤ ਨੂੰ ਦੇਖੋ, ਦਿਨ ਨੂੰ ਦੇਖੋ, ਸੁਬਹ ਦੇਖੋ, ਸ਼ਾਮ ਦੇਖੋ, ਹਰ ਬੱਚਾ ਮੋਬਾਈਲ ਦੇ ਉੱਤੇ ਲੱਗਾ, ਹਰ ਘਰ ਮੋਬਾਈਲ ਦੇ ਉੱਤੇ ਲੱਗਾ। ਮਤਲਬ ਕਿ ਇਹਨਾਂ ਚੀਜ਼ਾਂ ਦੀ ਵਜ੍ਹਾ ਦੇ ਨਾਲ ਜਿਹੜਾ ਕਿ ਅਸੀਂ ਬਹੁਤ ਪਿੱਛੇ ਚਲੇ ਗਏ। ਔਰ ਅੱਜ ਉਹ ਸਾਡਾ ਜਿਹੜਾ ਦੀਨ ਸੀ, ਜਿਹੜਾ ਸਾਨੂੰ ਇਹ ਸਾਰੀਆਂ ਚੀਜ਼ਾਂ ਕਿ ਦੇਖੋ ਨਾ ਮਾਂ ਬਾਪ ਦਾ ਅਗਰ ਅਦਬ ਦੀ ਵੀ ਗੱਲ ਕਰ ਲਈਏ ਉਹ ਵੀ ਸਾਨੂੰ ਅਗਰ ਸਾਨੂੰ ਪਤਾ ਹੋਵੇ ਕਿ ਖੁਦਕਸ਼ੀ ਹਰਾਮ ਹੈ ਤੇ ਕਦੀ ਕੋਈ ਖੁਦਕਸ਼ੀ ਕਰੇਗਾ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਉਸ ਵੇਲੇ ਅੱਛਾ ਫਿਰ ਹੱਕ ਵਾਲਿਆਂ ਨੂੰ ਹੱਕ ਨਾ ਮਿਲਣਾ, ਠੀਕ ਹੈ ਜੀ, ਉਹਨੂੰ ਇਨਸਾਫ ਨਾ ਮਿਲਣਾ, ਉਹਦੀ ਦਲੀਲ ਤੇ ਇਹ तमाम ਚੀਜ਼ਾਂ ਦਾ ਨਾ ਹੋਣਾ, ਇਹ ਵੀ ਸਾਨੂੰ ਬਹੁਤ ਜ਼ਿਆਦਾ ਤਕਸੀਮ ਦੀ ਤਰਫ। ਔਰ ਤੁਸੀਂ ਸਮਝਦੇ ਹੋ ਕਿ ਸਾਡੇ ਜਿਹੜੇ ਉਲਮਾ ਨੇ ਉਹ ਇਸ ਹਵਾਲੇ ਨਾਲ ਆਪਣਾ ਕਿਰਦਾਰ ਭਰਪੂਰ ਤਰੀਕੇ ਨਾਲ ਅਦਾ ਕਰ ਰਹੇ ਨੇ? ਮੈਂ ਇਸ ਵਾਸਤੇ ਪੁੱਛ ਰਿਹਾ ਹਾਂ ਕਿ ਕੁਝ ਉਲਮਾ ਦੀ ਤਰਫ ਤੋਂ ਇਹੋ ਜਿਹੇ ਮਾਮਲਾ ਦੇ ਵਿੱਚ ਮੁਤਜ਼ਾਦ ਕਿਸਮ ਦੇ ਵੀ ਬਿਆਨਾਤ ਸਾਹਮਣੇ ਆਉਂਦੇ ਨੇ। ਮੈਂ ਸਮਝਦਾ ਕਿ ਬਈ ਅੱਜ ਸਾਨੂੰ ਉਮਤ ਨੂੰ ਜੋੜਨ ਦੀ ਜ਼ਰੂਰਤ ਹੈ। ਅਲਹਮਦੁਲਿਲਾ ਮੈਂਬਰੋ ਮਹਿਰਾਬ ਤੋਂ ਹਮੇਸ਼ਾ ਉਲਮਾ ਲੋਕਾਂ ਨੂੰ ਜੋੜਨ ਦੀ ਹੀ ਗੱਲ ਕਰਦੇ, ਮਗਰ ਕੁਝ ਐਸੀ ਚੀਜ਼ਾਂ ਜਾਂ ਕੁਝ ਐਸੇ ਅਵਾਮਿਲ ਹੁਣ ਵੀ ਹੈ ਨੇ ਕਿ ਜਿਹੜੇ ਸਾਨੂੰ ਸਿਰਫ ਔਰ ਸਿਰਫ ਲੜਾ ਰਹੇ ਹੁੰਦੇ ਨੇ। ਉਹਨਾਂ ਨੂੰ ख़त्म ਕਰਨ ਵਾਸਤੇ ਅਜਮਲ ਸਤਾਰ ਭਾਈ ਬਹੁਤ ਅਸੀਂ ਮਿਹਨਤ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਬਈ ਨਹੀਂ ਇਹ ਮੈਂਬਰੋ ਮਹਿਰਾਬ ਜਿਹੜਾ ਨਾ ਜੋੜਨ ਦਾ ਇੱਕ ਜ਼ਰੀਆ ਔਰ ਇੱਕ ਪਲੇਟਫਾਰਮ ਹੈ। ਨਹੀਂ, ਜਿਹੜੇ ਐਸੇ ਉਲਮਾ ਨੇ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਕੀ ਕੋਈ ਜ਼ਾਬਤਾ ਅਖਲਾਕ ਬਣਾਇਆ ਹੈ ਜਾਂ ਕੋਈ ਕਾਨੂੰਨ ਸਾਜ਼ੀ ਕਰਨ ਦੀ ਕੋਸ਼ਿਸ਼ ਨਹੀਂ? ਹਮ ਇਸ ਤਰ੍ਹਾਂ ਕੇ ਪ੍ਰੋਗਰਾਮਾਂ ਅਸੀਂ ਇਹੋ ਜਿਹੇ ਪ੍ਰੋਗਰਾਮ ਤਰਤੀਬ ਦਿੰਦੇ ਹਾਂ ਕਿ ਅਸੀਂ ਜਿਹੜਾ ਨਾ ਉਹਨਾਂ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਇੱਕ ਅੱਛੇ ਰਾਸਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਇਲਮ ਦਿੱਤਾ ਹੈ ਔਰ ਸਹੀ ਰਾਸਤੇ ਦੇ ਉੱਤੇ ਮਗਰ ਕਦੀ ਕਦੀ ਇਨਸਾਨ ਭਟਕ ਜਾਂਦਾ ਹੈ।
ਤੇ ਉਹਨੂੰ ਮੈਂ ਸਮਝਦਾ ਕਿ ਸਾਨੂੰ ਚਾਹੀਦਾ ਹੈਗਾ ਕਿ ਇੱਕ ਅੱਛੇ ਤਰੀਕੇ ਦੇ ਨਾਲ ਵਾਜ਼ ਨਸੀਹਤ ਦੇ ਨਾਲ ਜਿਹੜਾ ਹੈਗਾ ਉਹਨੂੰ ਕੀਤਾ ਜਾਏ, ਮਤਲਬ ਉਹਦੀ ਬ੍ਰੇਨ ਵਾਸ਼ਿੰਗ ਕੀਤੀ ਜਾਏ, ਉਹਦੇ ਨਾਲ ਬਿਹਤਰੀ ਦੇ ਚਾਂਸਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ। ਤੇ ਮੈਂ ਸਮਝਦਾ ਕਿ ਅੱਜ ਬੜੀ ਜ਼ਰੂਰਤ ਹੈਗੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਨਾ ਉਹ ਲੈ ਕੇ ਚੱਲੀਏ। ਬਾਕੀ ਤੁਸੀਂ ਜਾਣਦੇ ਹੀ ਹੋ ਕਿ ਇਸਲਾਮ ਵਿੱਚ ਤਸ਼ੱਦਦ ਨਹੀਂ ਹੈ, ਇਸਲਾਮ ਵਿੱਚ ਇਸ ਤਰ੍ਹਾਂ ਦੇ ਕੰਮ ਜਾਂ ਐਸੀ ਚੀਜ਼ਾਂ ਨਹੀਂ ਨੇ। ਹੁਣ ਤੁਸੀਂ ਕਹਿ ਰਹੇ ਸੀ ਇਹਦੇ ਬਾਰੇ ਕੁਝ ਐਸੀ ਚੀਜ਼ਾਂ ਬਣੀਆਂ ਨੇ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਤਿਹਾਦ ਬੈਨ ਮੁਸਲਮੀਨ ਦਾ ਬੜਾ ਫੋਰਮ ਪੰਜਾਬ ਦੇ ਵਿੱਚ ਹੈਗਾ, ਜਿਹੜਾ ਕਿ तमाम ਮਸਾਲਿਕ ਨੂੰ ਇਹ ਸਾਡੀ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਨਾਲ ਜਿਹੜੀ ਵਜ਼ੀਰ ਆਲਾ ਪੰਜਾਬ ਨੇ, ਜਿਹੜੀ ਕਿ ਉਲਮਾ ਔਰ ਮੈਂਬਰਾਂ ਮਹਿਰਾਬ ਜਿੱਥੇ ਦੂਜੇ ਕੰਮਾਂ ਨੂੰ ਉਹ ਤਰਜੀਹ ਦੇ ਰਹੀ ਹੈ, ਅਸੀਂ ਉਹਨਾਂ ਕੰਮਾਂ ਨੂੰ ਵੀ ਲੈ ਕੇ ਉਜਾਗਰ ਇਸ ਵਾਸਤੇ ਕਰ ਰਹੇ ਹਾਂ ਕਿ ਉਹਨਾਂ ਦੇ ਅੱਛੇ ਇਨੀਸ਼ੀਏਟਿਵ ਨੇ, ਜਿਹਦੇ ਸਾਫ ਸੁਥਰਾ ਪੰਜਾਬ ਹੈ, ਖਵਾਤੀਨ ਦੇ ਹਕੂਕ ਨੇ, ਸਾਰੀ ਚੀਜ਼ਾਂ। ਤੇ ਅਸੀਂ ਉਹ ਇੱਕ ਫੋਰਮ ਬਣਿਆ ਇਤਿਹਾਦ ਬੈਨ ਮੁਸਲਮੀਨ ਦਾ, ਫਿਰ ਇੱਕ ਫੋਰਮ ਹੈਗਾ ਮੁਤਹਿਦਾ ਉਲਮਾ ਬੋਰਡ ਦਾ। ਉਹਦਾ ਕੰਮ ਹੈ ਕਿ ਅਗਰ ਕੋਈ ਬੰਦਾ ਹੈ ਕਿ ਭਈ ਕਿਸੇ ਨੇ ਅਗਰ ਦਿਲ ਆਜ਼ਾਰੀ ਦਾ ਬਾਇਸ ਬਣਿਆ ਕੋਈ ਵੀ ਬੰਦਾ, ਤੇ ਉਹਦੇ ਉੱਤੇ ਚਾਹੇ ਉਹ ਆਲਮੇ ਦੀਨ ਹੀ ਹੋਵੇ, ਚਾਹੇ ਆਲਮੇ ਦੀਨ ਹੋਏ, ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਫਿਰ ਤੁਹਾਨੂੰ ਪਤਾ ਐਕਸ਼ਨ ਪਲਾਨ ਜਿਹੜਾ ਬਣਿਆ ਹੈ ਉਹਦੇ 'ਚ ਬਿਲਕੁਲ ਇਸ ਚੀਜ਼ ਦਾ ਫੈਸਲਾ ਹੋਇਆ ਹੈ ਕਿ ਕੋਈ ਐਸਾ ਵਾਇਜ਼ ਜਾਂ ਖਤੀਬ ਜਾਂ ਇਮਾਮ ਜਾਂ ਕੋਈ ਵੀ ਕੋਈ ਐਸੀ ਗੱਲ ਕਰੇਗਾ ਜਿਹੜਾ ਕਿ ਲੋਕਾਂ ਨੂੰ ਤਕਲੀਫ ਜਾਂ ਉਹਨਾਂ ਦੀ ਦਿਲ ਆਜ਼ਾਰੀ ਦਾ ਬਾਇਸ ਬਣੇਗਾ, ਉਹਦੇ ਉੱਤੇ ਫਟ ਕਾਰਵਾਈ ਹੋਈ। ਬਿਲਕੁਲ ਠੀਕ ਹੈ। ਅੱਛਾ ਮੌਲਾਨਾ, ਸਾਡਾ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਜ਼ਿਆਦਾਤਰ ਮਜ਼ਹਬ ਦੀ ਜਾਂ ਦੀਨ ਦੀ ਤਾਲੀਮ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੋਂ ਲੈ ਰਿਹਾ ਹੈ। ਤੁਸੀਂ ਕੀ ਸਮਝਦੇ ਹੋ ਕਿ ਇਹ ਬਿਹਤਰ ਤਰੀਕਾ ਹੈ? देखो कल है ये सोशल मीडिया अगर अच्छा इस्तेमाल करो तो मेरा ख्याल है कि वो बहुत अच्छा है, और अगर इन्हों गलत इस्तेमाल करो तो ये गलत दियां दी तरफ ले जाता है। बहुत सारे ऐसे लोग ने जिन्हों ने यूट्यूब चैनल बनाए ने और वो दीन दे हवाले नाल बहुत सारिया चीज़ों उन्हों की तशरीह कर रहे होंगे ने। तुसी समझते हो कि ਇਹ ਮਤਲਬ ਉਹਨਾਂ ਦੇ ਵਿੱਚ ਕੋਈ ਐਸੇ ਲੋਕ ਵੀ ਨੇ ਜਿਨ੍ਹਾਂ ਦੇ ਕੋਲ ਇੰਨਾ ਸ਼ਾਇਦ ਇਲਮ ਨਹੀਂ ਹੈਗਾ, ਲੇਕਿਨ ਉਹ ਗਲਤ ਤਸ਼ਰੀਹਾਤ ਕਰ ਰਹੇ ਨੇ? ਨਹੀਂ, ਉਹ ਇੰਜ ਹੀ ਰੱਟੇ ਮਾਰ ਮੂਰ ਕੇ ਕਰਾ ਕੇ ਆਪਣੀ ਚੀਜ਼ਾਂ ਨੂੰ ਜਿਹੜਾ ਹੈ ਨਾ ਉਹ ਲੋਕਾਂ ਦੇ ਸਾਹਮਣੇ ਲਿਆ ਰਹੇ ਹੁੰਦੇ ਨੇ, ਮਗਰ ਉਹਦੀ ਹੀ ਵਜ੍ਹਾ ਦੇ ਨਾਲ ਨੌਜਵਾਨ ਜਿਹੜਾ ਤਬਕਾ ਹੈਗਾ ਉਹ ਫਿਰ ਉਹਨਾਂ ਚੀਜ਼ਾਂ ਤੇ ਚੱਲਣ ਲੱਗ ਜਾਂਦਾ ਹੈ ਜਿਹੜਾ ਕਿ ਉਹਨਾਂ ਨੂੰ ਬਿਲਕੁਲ ਇੱਕ दीन तो दूर लैके चली जाती है चीज़। तो मैं समझदा कि अच्छे लोगों का इंतखाब करन जेड़े आलिम फाजिल स्कॉलर लोग होन, और अज नेट दे उत्ते बहुत बड़े बड़े लोग बड़ी बड़ी हस्तियां जड़ियां ने वो पईयां होईयां ने जिन्हां नूं असीं लैके अगे चल सकते हैं। कुरान मजीद दीयां तफसीरां पईयां होईयां ने, कुरान मजीद दे तर्जमे मौजूद ने, और इसी तरह मुख्तलिफ अहादीस ਦੀਆਂ ਜਿਹੜੀਆਂ ਕਿਤਾਬਾਂ ਨੇ, ਫਿਰ ਸੀਰਤੁਨ ਨਬੀ ਸੱਲੱਲਾਹੁ ਅਲੈहि ਵਸੱਲਮ ਤੇ ਜਿਹੜਾ ਕੰਮ ਹੋਇਆ, ਸਾਰੀਆਂ ਚੀਜ਼ਾਂ ਸਾਡੇ ਕੋਲ ਮੌਜੂਦ ਹੈਗੀਆਂ ਨੇ। ਇਹਨਾਂ ਦੀ ਰੋਕਥਾਮ ਵਾਸਤੇ ਖਾਸ ਤੌਰ ਤੇ ਤੁਸੀਂ ਲੀਡ ਕਰ ਰਹੇ ਹੋ ਉਲਮਾ ਨੂੰ, ਤੇ ਤੁਸੀਂ ਲੋਕ ਕੋਈ ਕਿਰਦਾਰ ਨਹੀਂ ਅਦਾ ਕਰ ਸਕਦੇ? ਇਹ ਜ਼ਿੰਮੇਵਾਰੀ ਤੁਹਾਡੀ ਗੱਲ ਠੀਕ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਸਭ ਤੋਂ ਜ਼ਿਆਦਾ ਉਲਮਾ ਔਰ ਮਹਿਰਾਬ ਮੈਂਬਰ ਦੀ ਹੈ ਕਿ ਉਹ ਦੱਸਣ ਕਿ ਬਈ ਨੈਟ ਦੇ ਉੱਤੇ ਅਗਰ ਤੁਸੀਂ ਜਾਣਾ ਤਾਂ ਕਿਹਨੂੰ ਫਾਲੋ ਕਰਨਾ ਹੈਗਾ। अगर नैट के उत्ते जाना है तो तुसी किहदे नाल गल करनी है, किहदे नाल ही करना है, तो यह मैं समझदा कि इहदे नाल इंशाअल्लाह बेहतरी आएगी। जी जी मौलाना, तुसी इत्थे नमाज़ां भी पढ़वांदे हो, बादशाही मस्जिद दे खतीब भी हो, तो इत्थे तुसी समझदे हो कि तुहाडे नमाजियां दे विच ज़्यादा तादाद नौजवानां दी है या मतलब उम्र रसीदा लोकां दी है? मेरे कोल तो जड़ा तादाद है ना वो तकरीबन हर तबके दी है। सही है, अल्हम्दुलिल्लाह मरकज़ है, तमाम लोग मेरे कोल अल्हम्दुलिल्लाह अल्लाह दे फजल नाल आंदे ने। बिल्कुल ठीक है, बिल्कुल ठीक है, बहुत शुक्रिया। बादशाही मस्जिद पहुंचण ते इंतजामिया ने साडा इस्तकबाल किया ते मौलाना अब्दुल खबीर आज़ाद ने साडी टीम नूं कुरान पाक दे खूबसूरत नुस्खे भी पेश किए। इस तो बाद सानू वो गैलरी भी विखाई जिथे
ਮੁਕੱਦਸ ਇਸਲਾਮੀ ਤਬਰਕਾਤ ਰੱਖੇ ਗਏ ਨੇ, ਜਿਨ੍ਹਾਂ ਦੇ ਵਿੱਚ ਹਜ਼ੂਰ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਦੇ ਮੋਏ ਮੁਬਾਰਕ, ਜੁੱਬਾ ਮੁਬਾਰਕ ਔਰ ਅਮਾਮਾ ਸ਼ਰੀਫ ਰੱਖੇ ਗਏ ਨੇ। ਇਸ ਤੋਂ ਇਲਾਵਾ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਦਾ ਅਮਾਮਾ ਸ਼ਰੀਫ, ਖਾਤੂਨੇ ਜੰਨਤ ਹਜ਼ਰਤ ਬੀਬੀ ਫਾਤਮਾ ਤੁ ਜ਼ੋਹਰਾ ਦਾ ਰੁਮਾਲ ਮੁਬਾਰਕ ਤੇ ਮੁਸੱਲਾ ਮੁਬਾਰਕ, ਔਰ ਉੱਥੇ ਮੌਜੂਦ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਦਾ ਅਮਾਮਾ ਸ਼ਰੀਫ ਔਰ ਉਹਨਾਂ ਦੇ ਰੋਜ਼ਾ ਮੁਬਾਰਕ ਦਾ ਗਲਾਫ ਔਰ ਦਸਤਾਰੇ ਮੁਬਾਰਕ ਔਰ ਖਾਕੇ ਕਰਬਲਾ, ਤੇ ਇਹਦੇ ਨਾਲ ਨਾਲ ਹਜ਼ਰਤ ਇਮਾਮ ਹਸਨ ਰਜ਼ੀ ਅੱਲਾਹ ਤਾਲਾ ਅਨਹੂ ਦਾ ਦਸਤਾਰੇ ਮੁਬਾਰਕ ਵੀ ਮੌਜੂਦ ਹੈ। ਗੈਲਰੀ ਤੋਂ ਨਿਕਲ ਕੇ ਬਾਹਰ ਆਏ ਤੇ ਮੌਲਾਨਾ ਅਬਦੁਲ ਖਬੀਰ ਆਜ਼ਾਦ ਨੇ ਬਾਦਸ਼ਾਹੀ ਮਸਜਿਦ ਦੀ ਟੀਮ ਦੇ ਨਾਲ ਮਸਜਿਦ ਦੇ ਫਰਸ਼ ਨੂੰ ਅਰਕੇ ਗੁਲਾਬ ਨਾਲ ਸਾਫ਼ ਕੀਤਾ। ਇਸ ਤੋਂ ਬਾਅਦ ਮੌਲਾਨਾ ਸਾਹਿਬ ਨੇ ਸਾਨੂੰ ਬਾਦਸ਼ਾਹੀ ਮਸਜਿਦ ਦੇ ਮੁਖਤਲਿਫ ਹਿੱਸਿਆਂ ਦਾ ਦੌਰਾ ਵੀ ਕਰਵਾਇਆ ਔਰ ਦੱਸਿਆ ਕਿ ਇਸ ਮਸਜਿਦ ਵਿੱਚ ਬੈਕ ਵਕਤ 1 ਲੱਖ ਨਮਾਜ਼ੀਆਂ ਦੀ ਗੁੰਜਾਇਸ਼ ਮੌਜੂਦ ਹੈ। ਮੌਲਾਨਾ ਅਬਦੁਲ ਖਬੀਰ ਆਜ਼ਾਦ ਨੇ ਮਸਜਿਦ ਵੇਖਣ ਆਏ ਤੁਲਬਾ ਦੀ ਇੱਕ ਬੜੀ ਤਾਦਾਦ ਦੇ ਨਾਲ ਗਰੁੱਪ ਫੋਟੋ ਵੀ ਬਣਵਾਇਆ। ਨਾਜ਼ਰੀਨ, ਬਾਦਸ਼ਾਹੀ ਮਸਜਿਦ ਵਿੱਚ ਰੋਜ਼ਾਨਾ ਕਈ ਜੋੜਿਆਂ ਦਾ ਨਿਕਾਹ ਵੀ ਪੜ੍ਹਾਇਆ ਜਾਂਦਾ ਹੈ ਤੇ ਮੌਲਾਨਾ ਸਾਹਿਬ ਨੇ ਇਸ ਮੌਕੇ ਤੇ ਉੱਥੇ ਮੌਜੂਦ ਇੱਕ ਜੋੜੇ ਦਾ ਨਿਕਾਹ ਵੀ ਪੜ੍ਹਾਇਆ। ਮੌਲਾਨਾ, ਬਾਦਸ਼ਾਹੀ ਮਸਜਿਦ 'ਚ ਅਸੀਂ ਮੌਜੂਦ ਹਾਂ। ਇੱਥੇ ਦੇਖਣ 'ਚ ਆਇਆ ਕਿ ਬੜੇ ਲੋਕ ਸ਼ੂਟ ਬੜੇ ਕਰਦੇ ਸਨ, ਆਪਣੀਆਂ ਸ਼ਾਦੀ ਦੀਆਂ ਤਸਵੀਰਾਂ ਔਰ ਸ਼ਾਦੀ ਦੀ ਬਾਕਾਇਦਾ ਇੱਥੇ ਵੀਡੀਓ ਬਣਨੀਆਂ ਸ਼ੁਰੂ ਹੋ ਗਈਆਂ ਸਨ ਔਰ ਬਹੁਤ ਸਾਰੇ ਲੋਕ ਤੇ ਇਹਨੂੰ ਕਮਰਸ਼ੀਅਲ ਵਾਸਤੇ ਯੂਜ਼ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ। ਅਸਲ ਵਿੱਚ ਅਸੀਂ ਇਹ ਚਾਹਿਆ ਸੀ ਕਿ ਮਸਜਿਦ ਅੱਲਾ ਦਾ ਘਰ ਹੈ ਔਰ ਮਸਜਿਦ 'ਚ ਅੱਲਾ ਦੇ ਨਬੀ ਦੀ ਸੁਨਨਤ ਨੂੰ ਜ਼ਿੰਦਾ ਕੀਤਾ ਜਾਏ ਔਰ ਸਾਡੀ ਇਹ ਬਹੁਤ ਪੁਰਾਣੀ ਇੱਕ ਤਹਿਰੀਕ ਹੈ ਕਿ ਨਿਕਾਹ ਮਸਜਿਦ 'ਚ ਹੋਵੇ, ਮਗਰ ਜ਼ਾਹਿਰ ਬਾਤ ਹੈ ਜਿੱਥੋਂ ਤਹਿਰੀਕ ਚਲੇਗੀ ਉੱਥੇ ਜ਼ਿਆਦਾ ਲੋਕ ਔਰ ਮਾਸ਼ਾਅੱਲਾ ਤੇ ਬਹੁਤ ਲੋਕ ਹੈ ਉਹ ਫਿਰ ਲੋਕ ਉਸ ਤੋਂ ਜਿਹੜਾ ਹੈ ਨਾ ਜ਼ਿਆਦਾ ਫਾਇਦਾ ਚੁੱਕਣ ਲੱਗ ਗਏ ਔਰ ਉਹਨਾਂ ਨੇ, ਕਿਉਂਕਿ ਇਤਨੀ ਬੜੀ ਮਸਜਿਦ ਹੈ ਸਾਡੇ, ਅਗਰ 30-40 ਬੰਦੇ ਇੱਥੇ ਕੰਮ ਵੀ ਕਰ ਰਹੇ ਨੇ ਤਾਂ ਉਜਲ ਹੋ ਕੇ ਲੋਕ ਗਲਤ ਕਿਸਮ ਦੀ ਜਿਹੜੀ ਫੋਟੋਆਂ ਬਣਾ ਰਹੇ। ਫਿਰ ਮੈਂ ਇੱਕ ਵਕਤ ਵਿੱਚ ਜਦੋਂ ਮੈਂ ਦੇਖਿਆ ਕਿ ਬਾਜ਼ ਨਹੀਂ ਆ ਰਹੇ, ਅਸੀਂ ਸ਼ੂਟ ਬੰਦ, ਨਿਕਾਹ ਬੰਦ ਨਹੀਂ ਕੀਤਾ, ਨਿਕਾਹ ਹੋ ਰਿਹਾ ਹੈ ਔਰ ਅਸੀਂ ਲੋਕਾਂ ਨੂੰ ਕਿਹਾ ਹਾਂ ਜ਼ਾਹਿਰ ਗੱਲ ਹੈ ਕਿ ਉਹ ਕੋਈ ਇੱਕ ਤਸਵੀਰ ਜਾਂ ਵੀਡੀਓ ਬਣਾ, ਮਗਰ ਘਰ ਵਾਲਾ ਜਦੋਂ ਬਣਾਏਗਾ ਉਹਨੂੰ ਪਤਾ ਹੋਏਗਾ ਮਸਜਿਦ ਦੀ ਅਹਿਮੀਅਤ ਕੀ ਹੈ। ਤੇ ਅਸੀਂ ਕਿਹਾ ਠੀਕ ਹੈ, ਉਹਨੂੰ ਵੀਜ਼ੇ ਵਾਸਤੇ ਚਾਹੀਦੀ ਹੈ, ਉਹਨੂੰ ਆਪਣੇ ਤਾਰੀਖ ਵਾਸਤੇ ਚਾਹੀਦੀ ਹੈ ਕਿ ਮੇਰਾ ਨਿਕਾਹ ਕਿੱਥੇ ਹੋਇਆ ਸੀ, ਉਹ ਕਰਨ, ਮਗਰ ਮੈਂ ਕੈਮਰਿਆਂ ਦੇ ਉੱਤੇ ਪਾਬੰਦੀ ਲਾਤੀ। ਉਹ ਅੱਜ 4-5 ਸਾਲ ਹੋ ਗਏ ਨੇ ਕਿ ਮੈਂ ਬਹੁਤ ਸਕੂਨ ਵਿੱਚ ਹੈਗਾ। ਅੱਛਾ ਮੌਲਾਨਾ, ਤੁਸੀਂ ਮਾਸ਼ਾਅੱਲਾ ਰੂਅਤ ਹਲਾਲ ਕਮੇਟੀ ਦੇ ਵੀ ਮੇਰਾ ਖਿਆਲ ਹੈ ਕਮ ਉਮਰ ਤਰੀਨ ਚੇਅਰਮੈਨ ਹੋਵੋਗੇ। ਇਸ ਨੌਜਵਾਨੀ ਦੇ ਆਲਮ 'ਚ ਇੱਕ ਇਤਨਾ ਬੜਾ ਅਹੁਦਾ ਮਿਲ ਜਾਣਾ ਔਰ ਇਤਨੀ ਬੜੀ ਜ਼ਿੰਮੇਦਾਰੀ ਜਿਹਦੇ 'ਚ ਪੂਰੀ ਇੱਕ ਕੌਮ ਨੂੰ ਇਕੱਠੇ ਰੱਖਣ ਵਾਸਤੇ ਬੜਾ ਮਤਲਬ ਕੰਮ ਕਰਨਾ ਪੈਂਦਾ ਹੈ। ਤੁਸੀਂ ਸਮਝਦੇ ਹੋ ਕਿ ਇਹ ਤੁਹਾਡੇ 'ਤੇ ਜਿਹੜੀ ਜ਼ਿੰਮੇਦਾਰੀ ਪਾਈ ਗਈ ਹੈ ਉਹ ਤੁਸੀਂ ਉਹਨੂੰ ਪੂਰਾ ਕਰ ਰਹੇ ਹੋ? ਬਸ ਇਹ ਅੱਲਾਹ ਤਾਲਾ ਦੀ ਮੈਂ ਸਮਝਦਾ ਅੱਲਾਹ ਦਾ ਇਨਾਮ ਹੈ ਔਰ ਅੱਲਾਹ ਤਾਲਾ ਦਾ ਜਿਤਨਾ ਵੀ ਮੈਂ ਸ਼ੁਕਰ ਅਦਾ ਕਰਾਂ ਉਹ ਕਮ ਹੈਗਾ। ਕਮ ਉਮਰੀ 'ਚ ਅੱਲਾ ਨੇ ਇਮਾਮਤ ਅਤਾ ਕੀਤੀ, ਕਮ ਉਮਰੀ ਦੇ ਵਿੱਚ ਰਿਆਸਤ, ਕਿਉਂਕਿ ਰਿਆਸਤ ਸਮਝਦੀ ਸੀ ਕਿ ਇਹ ਘਰਾਨਾ ਜੋੜਾ ਨਾਲ ਲੈ ਗਿਆ। ਮੇਰੇ ਵਾਲਿਦ ਦਾ ਕੱਬ ਵੀ ਜੋੜਦਾ ਸੀ, ਮੌਲਾਨਾ ਡਾਕਟਰ ਸੈयद ਅਬਦੁਲ ਕਾਦਰ ਆਜ਼ਾਦ ਰਹਿਮਤੁल्लाह, ਔਰ ਮੇਰਾ ਵੀ ਇਹ 30 ਸਾਲ ਹੋ ਗਏ ਨੇ ਇਸ ਫੀਲਡ ਵਿੱਚ, ਮੇਰਾ ਕੰਮ ਵੀ ਜੋੜਨ ਦਾ ਹੈਗਾ। ਉਹ ਫਿਰ ਰਿਆਸਤ ਨੇ ਫੈਸਲਾ ਕੀਤਾ ਕਿ ਰੂਅਤ ਹਿਲਾਲ ਦੀ ਜਿਹੜੀ ਜ਼ਿੰਮੇਦਾਰੀ ਹੈ ਉਹ ਮਤਲਬ ਕਿ ਮੈਨੂੰ ਦਿੱਤੀ ਗਈ ਔਰ ਉਹਨਾਂ ਨੇ ਇਸ ਦੇ ਉੱਤੇ ਫੈਸਲਾ ਕੀਤਾ। ਮਗਰ ਇਹ ਕੋਈ ਆਮ ਜ਼ਿੰਮੇਦਾਰੀ ਨਹੀਂ ਹੈ, ਮੈਂ ਸਮਝਦਾ 24 ਕਰੋੜ ਆਵਾਮ ਦੀ ਜ਼ਿੰਮੇਦਾਰੀ ਹੈ ਔਰ ਇਸਲਾਮੀ ਮੰਥ ਜਿਹੜੇ ਨੇ ਉਹਨਾਂ ਦੇ ਫੈਸਲੇ ਔਰ ਬਿਲਖਸੂਸ ਰੋਜ਼ਾ ਔਰ ਈਦ ਤੁਹਾਡੇ ਸਾਹਮਣੇ ਬਹੁਤ ਅਹਿਮ, ਮਗਰ ਅੱਲਾਹ ਤਾਲਾ ਮਦਦ ਵੀ ਫਰਮਾਉਂਦਾ ਔਰ ਇਹ ਜ਼ਿੰਮੇਦਾਰੀਆਂ ਅੱਲਾਹ ਦੀ ਤਰਫੋਂ ਨਿਹਮਤ ਨੇ।
ਤੇ ਬਹਰਹਾਲ ਮੈਂ ਆਂਦੇ ਹੀ ਉਹੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਵੱਡਿਆਂ ਦੀ ਸੀ, ਹਸਵੇਰੀ ਸੀ, ਕਿਉਂਕਿ ਜੋੜ ਪੈਦਾ ਕਰਨ। ਅਸੀਂ ਲੋਕਾਂ ਨੂੰ ਜਿਹੜਾ ਹੈਗਾ ਨਮਾਜ਼ ਰੋਜ਼ਾ ਇਹਨਾਂ ਦੇ ਵਿੱਚ ਉਲਝਾਇਆ ਹੋਇਆ ਹੈ ਔਰ ਚੰਦ ਦੇ ਮਾਮਲੇ 'ਚ ਉਲਝਾਇਆ ਹੈ। ਮੈਂ ਸਭ ਤੋਂ ਪਹਿਲੇ ਪਿਸ਼ਾਵਰ ਚਲਾ ਗਿਆ। ਮੈਂ ਉਹੀ ਪੁੱਛਣ ਲੱਗਾ ਸਾਂ ਕਿ ਚूँकि ਤੁਹਾਡੇ ਤੋਂ ਪਹਿਲੇ ਬੜਾ ਲੋਕ ਆਵਾਮ ਪਰੇਸ਼ਾਨ ਹੁੰਦੀ ਸੀ, ਸਾਰੀ ਸਾਰੀ ਰਾਤ ਬੈਠੇ ਰਹਿਣਾ ਕਿ ਜੀ ਸਵੇਰ ਚੰਦ ਦਾ ਐਲਾਨ ਹੋਣਾ ਹੈ, ਨਹੀਂ ਹੋਣਾ, ਔਰ ਰਾਤ ਦੇ ਪਿਛਲੇ ਪਹਿਰ ਜਾ ਕੇ ਐਲਾਨ ਹੋ ਜਾਣਾ ਕਿ ਜੀ ਮੁਲਕ ਦੇ ਅੱਧੇ ਹਿੱਸੇ 'ਚ ਈਦ ਹੋ ਰਹੀ ਹੈ, ਅੱਧੇ ਹਿੱਸੇ 'ਚ ਨਹੀਂ ਹੋ ਰਹੀ, ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸਨ। ਬਸ ਮੈਂ ਖਾਸ ਤੌਰ ਤੇ ਪਿਸ਼ਾਵਰ ਦੇ ਜਿਹੜੇ ਮੈਂ ਇਸ ਬਾਰੇ 'ਚ ਅਜਮਲ ਭਾਈ ਮੈਂ ਦੱਸਣਾ ਚਾਹਨਾ ਕਿ ਮੈਂ ਅੱਲਾਹ ਤਾਲਾ ਕੋਲੋਂ ਪਹਿਲੇ ਦੁਆ ਕੀਤੀ ਔਰ ਅੱਲਾਹ ਤਾਲਾ ਨੂੰ ਕਬੂਲੀਅਤ ਅਤਾ ਕੀਤੀ ਔਰ ਫਿਰ ਮੈਂ ਇਸ ਸਫ਼ਰ ਨੂੰ ਸ਼ੁਰੂ ਕੀਤਾ ਔਰ ਮੇਰਾ ਏਮ ਇਹੀ ਸੀ ਕਿ ਮੈਂ ਸਾਰਿਆਂ ਨੂੰ ਇਕੱਠਾ ਕਰਨਾ, ਕਿਉਂਕਿ ਜਦੋਂ ਅਸੀਂ ਸਾਰੇ, ਤੁਸੀਂ ਦੇਖਿਆ ਹੋਏਗਾ ਮੇਰੀ ਜਿਤਨੀ ਤੱਕ ਕਾਨਫਰੰਸਾਂ ਐਲਾਨ ਚੰਦ ਦੇ ਹਵਾਲੇ ਨਾਲ ਹੁੰਦੇ ਨੇ ਜਾਂ ਮੁਖਤਲਿਫ तमाम मसाले मेरे आले दुआले बैठे हुए और ये उम्मत की वहदत का एक खूबसूरत मैसेज जा रहा होंगे। तो मैं क्या कि भाई मैं पेशावर जावांगा, पेशावर जाके मैं मुफ्ती शहाबुद्दीन जिहड़े कि बहुत बड़े मुफ्ती भी ने, आलिम भी ने, स्कॉलर भी ने, उन्होंने कोल जाके मैं मुलाकात की। उन्होंने मैनू वेलकम किया और मैं फिर अगले दिन प्रेस कॉन्फ्रेंस के जरिए एक तो यह सी ना कि मैं और पुपल ज़हीर साहब पूरी पाकिस्तान मीडिया स्क्रीन के उत्ते आ गए और पाकिस्तान और लोगों को यह मतलब कि हो गया कि हुण इत्थे दो दो रोज़े दो ईदा जड़ियाँ ने नहीं होणगियां। तो मैं उन्होंने जाके कोई गल की कि शरीयत तो तुसी भी चलना असी भी चलना, क्यों ना ऐसा करिए कि कौम नूं असीं मुतहद करिए। मामला तो चंद दे उत्ते वो अख दे नाल देखना है, सोमू लिरोयती वाफ्ती लिरोयती, कि चंद देखो रोज़ा रखो, चंद देखो वो ईद करो। और अल्लाह ताला ने अल्हम्दुलिल्लाह दिखाया कि यह 5 सालों के विच अल्हम्दुलिल्लाह मैं अल्लाह ताला का जितना शुक्र अदा करा घट है कि इन्होंने 5 सालों के विच एक दिन रोज़ा होया भी नहीं, कोई ऐसा मसला, एक दफ़ा ईद भी हुई, कोई ऐसे वाले ना तफरीक नहीं पई, कोई ऐसा मसला नहीं होया। और मैं हज़रत मुफ्ती मुनीर साहब, शेखुल इस्लाम हज़रत मुफ्ती तकी उस्मानी साहब, सबनों यकीनन क्योंकि बड़े ने उन्होंने भी असी नाल लेने और असी सारे उलमा दे नाल मुशावरत करते रहे हैं और अलहमदुलिल्लाह उहदा फ़ायदा होया कि मुल्क दे एक ईद एक रोज़ा। यह मेरी मैनू जिम्मेदारी अल्लाह ने दी है और मेरी कोशिश है कि इस मसले को असी और ज़्यादा मजबूती दे नाल हल करिए ताकि आइंदा आने वाले सालों इस तरह का मसला ना हो। तो मौलाना असी चूँकि ज़माना इन्ना जदीद जा रहा है, इन्ना तेज़ी नाल तरक्की हो रही है, साइंसी तरक्की हो रही है, तो असी साइंस ते टैक्नोलॉजी की मदद क्यों नहीं लै सकते? ये साढ़े को महकमा मौसमियात, महकमा सपारको, महकमा वजारत साइंस एंड उस वेले दे तुहानूं पता ना फवाद चौधरी साहब अगला सवाल तो यही जी लगे रहंदे सी, मगर मैं उन्होंने कोल गया, मैं क्या जी अपना साढ़े भाई तुसी हो तो तुहाडा काम वजारत साइंस, उन्होंने मैं कहा कि अज तो बाद मेहरबानी फरमाओ साइंस का बंदा दे दिओ सानू, असी उन्होंने अपने नाल रखांगे, वो साढ़े फैसलों के विच शामिल होणगे, असी जिहड़ा फैसला करांगे उहदे उत्ते सहन उन्होंने भी होणगे। अलहमदुलिल्लाह अल्लाह का शुक्र है उन्होंने इस गल नूं मन्निया। उन्होंने कहा मौलाना हुण मैं तुहाडे इस काम में कोई मुदाखलत नहीं करांगा। हुण ये जिहड़े पेशन गोइयां पहले कर दिंदे ने, मैनू दसो कि असी जो जिस दिन बहने उस दिन पूरा क्लाउड होंदा पूरे मुल्क दे विच, ठीक है, और चंद की बरत भी है, चंद नज़र भी आ सकता है, मगर वो क्लाउड छुपया है तो फिर मैं किहदे कोल जावां? मैं दरबार रिसालत जावांगा, मैं अपने नबी सल्लल्लाहु अलैहि वसल्लम को जाके, तो आप सल्लल्लाहु अलैहि वसल्लम का की फरमान है कि जदों तुहाड़ी अख तो तुहानूं चंद नज़र नहीं आया फिर की करांगे? 30 मुकम्मल फरमाया कर लो, 30 मुकम्मल कर लांगे। ये की हो जाएगा कि अगर एक रोज़ा बढ़ जाएगा तो उहदे नाल की हो जाएगा? तो उहदे नाल बरकत ही होएगी। लोगों का ख्याल है कि एक इजलास के उत्ते कोई 40 तो 50 लाख रुपया खर्च आता है। मैं 1 लीटर पेट्रोल कभी नहीं लिया, 1 लीटर। मेरी कमेटी भी तुहानूं पता है, मैंबरान जिहड़े ने वो भी इसी तरह तकरीबन 19 मैंबर ने, 22 मैंबर ने, 4.5 मरकजी इजलास ने और 8 साढ़े जोनल इजलास ने जी। वो जड़े जोनल ने जिथे जावां उत्थे मैं बह जाना कमेटियां में,
ਜਿਹੜੇ ਮਰਕਜ਼ੀ ਨੇ ਸਾਡੀ ਵਜ਼ਾਰਤ ਮਜ਼ਹਬੀ ਅਮੂਰ ਜਿਹੜਾ ਕਿ ਸਾਡੇ ਨਾਲ ਨੱਥੀ ਹੈ, ਔਰ ਇਹ ਵਜ਼ਾਰਤ ਮਜ਼ਹਬੀ ਅਮੂਰ ਉਹਦਾ ਅਰੇਂਜ ਕਰਦੀ ਹੈ। ਉਹਦਾ ਅਰੇਂਜ ਕਿਸ ਤਰ੍ਹਾਂ ਕਰਦੀ ਹੈ? ਹੁਣ ਸੂਬੇ 'ਚ ਉੱਥੇ ਦੀ ਜਿਹੜੀ ਹਕੂਮਤ, ਭਾਵੇਂ ਸਿੰਧ ਦੀ ਹੋਵੇ, ਪੰਜਾਬ ਦੀ ਹੋਵੇ, ਭਾਵੇਂ ਬਲੋਚਿਸਤਾਨ ਦੀ ਹੋਵੇ, ਭਾਵੇਂ ਪੰਜਾਬ ਆਪਣਾ ਖੈਬਰ ਪਖਤੂਨਖਵਾ, ਉਹ ਫਿਰ ਉਹਦੇ ਵਾਸਤੇ ਚਾਹ ਦਾ, ਖਾਣੇ ਦਾ ਜਾਂ ਚੀਜ਼ਾਂ ਦਾ TADA ਸਾਰਾ ਜਿਹੜਾ ਹੋਏਗਾ ਨਹੀਂ, TADA ਵਜ਼ਾਰਤ ਮਜ਼ਹਬੀ ਅਮੂਰ ਦੇ। ਇਹਦਾ ਮਤਲਬ ਹੈ ਕਿ ਰੂਇਤ ਲਾਲ ਕਮੇਟੀ ਦਾ ਅਲੱਗ ਬਜਟ ਹੋਣਾ ਚਾਹੀਦਾ ਹੈ। ਬਜਟ ਉਹਦਾ ਬਕਾਇਦਾ ਇੱਕ ਅਦਾਰਾ ਹੋਣਾ ਚਾਹੀਦਾ ਜਿਹੜਾ ਕਿ ਅਸੀਂ ਉਸ ਤਰਫ ਜਾ ਰਹੇ ਹਾਂ। ਔਰ ਇਨਸ਼ਾਅੱਲਾ ਮੀਆਂ ਸਾਹਿਬ ਦੇ ਨਾਲ ਜਿਸ ਇਸ ਹਵਾਲੇ ਨਾਲ ਕੋਈ ਕਾਨੂੰਨ ਸਾਜ਼ੀ ਹੋਈ ਹੈ? ਕਾਨੂੰਨ ਸਾਜ਼ੀ ਵੀ ਹੋਈ ਹੈ, ਅੱਛਾ, ਐਕਟ ਵੀ ਬਣੇ ਹੈ, ਔਰ ਇਨਸ਼ਾਅੱਲਾ ਅਜ਼ੀਜ਼ ਨਾਫਿਜ਼ ਅਮਲ ਹੋ ਜਾਏਗਾ। ਉਹਦੇ ਤੇ ਬਹੁਤ ਕੁਝ ਅਸੀਂ ਬਣਾਇਆ। ਅੱਛਾ, ਇਹ ਨਹੀਂ ਸਿਰਫ ਛੋਟੀ ਜਿਹੀ ਗੱਲ ਦੱਸ ਦਿਓ ਕਿ ਮਤਲਬ ਕੀ ਇਹਦੇ ਖਦੋਖਾਲ ਕੀ ਹੋਣਗੇ? ਕਮੇਟੀ ਜਿਹੜੀ ਇਹ ਬਕਾਇਦਾ ਮਹਿਕਮਾ ਬਣਨ ਜਾ ਰਹੀ ਹੈ ਕਿ ਭਈ ਇਹ ਕਿ ਐਸਾ ਇਦਾਰਾ ਬਣੇਗਾ ਜਿਸ ਤਰ੍ਹਾਂ ਨਜ਼ਰਤੀ ਕੌਂਸਲ ਹੈ ਜਾਂ ਮੁਖਤਲਿਫ और ਇਦਾਰੇ ਨੇ, ਔਰ ਕੋਈ ਇਸ ਤਰ੍ਹਾਂ ਐਲਾਨ ਨਹੀਂ ਕਰ ਸਕੇਗਾ ਜਿਸ ਤਰ੍ਹਾਂ ਇਹ ਕੀਤੇ ਜਾਂਦੇ ਨੇ, ਜਾਂ ਕੋਈ ਮੀਡੀਆ ਚੈਨਲ ਇਹਨੂੰ ਨਹੀਂ ਦੇ ਸਕੇਗਾ। ਅਗਰ ਦੇਗਾ ਤੇ ਫਿਰ ਉਹਦੇ ਉੱਤੇ ਵੀ ਕੁਝ ਚੀਜ਼ਾਂ ਰੱਖੀਆਂ ਗਈਆਂ ਨੇ। ਜ਼ਾਹਿਰ ਗੱਲ ਹੈ ਕਿ ਇੱਕ ਕਾਜ਼ੀ ਜਿਹਨੂੰ ਤੁਸੀਂ ਬਣਾਇਆ ਔਰ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੈ, ਫਿਰ ਉਹਦੀ ਗੱਲ ਨੂੰ ਸਮਝੋ। ਅਗਰ ਤੁਸੀਂ ਪਹਿਲੇ ਹੀ ਐਲਾਨ ਨੂੰ ਕਰ ਦਿਓਗੇ ਔਰ ਉਸ ਤੋਂ ਬਾਅਦ ਰੋਇਤ ਹਿਲਾਲ ਕਹੇਗੀ ਚੰਦ ਨਜ਼ਰ ਹੀ ਨਹੀਂ ਆਇਆ, ਤੇ ਮੈਨੂੰ ਦੱਸੋ ਕਿ ਕੌਮ ਨੂੰ ਕਿੱਥੇ ਕਿੱਥੇ ਵੰਡਿਆ ਜਾਏਗਾ? ਮਤਲਬ ਤਕਸੀਮ ਹੋਗੀ ਨਾ, ਤਕਸੀਮ ਪੈਦਾ ਹੋ। हमने इस तकसीम को रोकना है। ਨਾ ਇਹ ਵੀ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਰੂਇਤ ਹਿਲਾਲ ਕਮੇਟੀ ਦੇ ਕੋਲ ਜਿਹੜੇ ਆਲਾਤ ਨੇ, ਜਿਹੜਾ ਤੁਹਾਡੇ ਕੋਲ ਚੀਜ਼ਾਂ ਨੇ, ਉਹ ਵੀ ਬੜੀਆਂ ਪੁਰਾਣੀਆਂ ਨੇ, ਬਹੁਤ ਮਤਲਬ मैं सच्ची गल दसां, मैं वज़ीर आज़म पाकिस्तान मियां शहबाज शीज़ सानू रिक्वेस्ट की है, सरदार यूसुफ साहब ने रिक्वेस्ट की है कि सानू कुछ आला ऐसे ਜਿਹੜੇ ਹਾਲਾਤ ਨੇ ਉਹ ਦਿੱਤੇ ਜਾਣ। ਉਹਦੇ ਵਿੱਚ ਸਭ ਤੋਂ ਜ਼ਿਆਦਾ ਹੈ ਟੈਲੀਸਕੋਪ, ਉਹ ਸਾਨੂੰ ਦਿੱਤੀ ਜਾਏ ਤਾਂ ਕਿ ਅਸੀਂ ਉਹਨਾਂ ਹਾਲਾਤ ਤੋਂ ਫਾਇਦਾ ਉਠਾ। ਹੁਣ ਸਪਾਰਕੋ ਨੇ ਦਿੱਤੀਆਂ ਨੇ ਸਾਨੂੰ, ਤੇ ਮੀਆਂ ਸਾਹਿਬ ਨੇ ਵੀ, ਔਰ ਸਭ ਹਕੂਮਤ ਸਾਡੀ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਹੈ। ਇਸ ਹਵਾਲੇ ਨਾਲ ਜੋ ਵੀ ਹੋ ਸਕੇਗਾ ਅਸੀਂ ਕਰਾਂਗੇ। ਇਹਦੇ ਹਵਾਲੇ ਨਾਲ ਅਸੀਂ ਬਕਾਇਦਾ ਐਕਟ ਵੀ ਪਾਸ ਕਰਾਇਆ ਹੈ, ਉਹ ਵੀ ਇਨਸ਼ਾਅੱਲਾ ਨਾਫਿਜ਼ੁਲ ਅਮਲ ਹੋ ਜਾਏਗਾ। ਮੌਲਾਨਾ, ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਸਾਊਦੀ ਅਰਬ ਜੈਸਾ ਮੁਲਕ ਜਿਹੜਾ ਹੈ, ਜਿੱਥੋਂ ਸਾਡਾ ਜਿਹੜਾ ਉਮਤ ਮੁਸਲਮਾਨ ਹੈ ਉਹਦਾ ਸਾਰਾ ਮਰਕਜ਼ ਹੈ ਸਾਊਦੀ ਅਰਬ, ਉੱਥੇ ਪੂਰੇ ਸਾਲ ਦਾ ਕੈਲੰਡਰ ਪਹਿਲੇ ਬਣ ਜਾਂਦਾ ਹੈ, ਤੇ ਕਿਆ ਸਾਡੇ ਇੱਥੇ ਕਿਉਂ ਨਹੀਂ ਬਣ ਸਕਦਾ? ਦੇਖੋ, ਹਰਮੈਨ ਸ਼ਰੀਫੈਨ ਤੋਂ बढ़ के ਸਾਡੇ ਵਾਸਤੇ ਕੁਝ ਨਹੀਂ ਹੈ। ਔਰ ਸਾਊਦੀ ਅਰਬ ਤੁਹਾਨੂੰ ਪਤਾ ਹੈ ਅਰਦੁਲ ਹਰਮੈਨ ਸ਼ਰੀਫੈਨ ਹੈ, ਔਰ ਈਮਾਨ ਦਾ ਸਾਡਾ ਹਿੱਸਾ ਹੈਗਾ। ਗੱਲ ਹੈਗੀ ਹੈ ਕਿ ਰੋਇਤ ਹਿਲਾਲ ਕਮੇਟੀ ਪਾਕਿਸਤਾਨ ਜਿਹੜੀ ਰਿਆਸਤ ਦੀ ਤਰਫੋਂ ਤਜਵੀਜ਼ ਕਰਦਾ ਹੈ, ਉਹ ਜਿਹੜੇ ਬਿਲਕੁਲ ਸ਼ਰੀਅਤ ਦੇ ਐਨ ਮੁਤਾਬਕ ਚੱਲ ਰਹੀ ਹੈ। ਜੋ ਮੈਂ ਕੀਤਾ ਹੈ, ਮੇਰੇ ਤੋਂ ਪਹਿਲੇ ਜਿਹੜੇ ਰਹੇ ਨੇ ਉਹ ਵੀ ਮਾਸ਼ਾਅੱਲਾ ਇਹਨਾਂ ਚੀਜ਼ਾਂ ਨੂੰ ਸਮਝ, ਮਗਰ ਇਹਦੇ ਉੱਤੇ ਕੰਸੈਂਸਸ ਪੈਦਾ ਹੋਣਾ, ਇਹਦੇ ਉੱਤੇ ਗੱਲਬਾਤ ਨੂੰ बढ़ाना, ਇਹਦੇ ਉੱਤੇ ਅੱਗੇ ਚੱਲਣਾ, ਇਹ ਚੱਲਿਆ ਜਾ ਸਕਦਾ। ਮਗਰ ਮੈਂ ਸਮਝਦਾ ਕਿ ਇਹ ਜਿਹੜੇ ਮਾਮਲਾਤ ਸਾਡੇ ਚੱਲ ਰਹੇ ਨੇ ਇਸ ਵੇਲੇ ਮੁਲਕ ਵਿੱਚ, ਜਿੱਥੇ ਤਿੰਨ ਈਦਾਂ, ਤਿੰਨ ਰੋਜ਼ੇ ਹੋ ਰਹੇ ਸੀ, ਉਹਨਾਂ ਨੂੰ ਤੇ ਪਹਿਲੇ ਦਰੁਸਤ ਕਰ ਲਈਏ, ਫਿਰ ਅਸੀਂ ਇਨਸ਼ਾਅੱਲਾ ਅਜ਼ੀਜ਼ ਦੇਖਾਂਗੇ ਕਿ ਉਹ ਸਾਡਾ ਨਿਜ਼ਾਮ ਦੇਖਣ, ਅਸੀਂ ਸਾਊਦੀ ਅਰਬ ਦਾ ਨਿਜ਼ਾਮ ਦੇਖਾਂਗੇ, ਔਰ ਇਨਸ਼ਾਅੱਲਾ ਉਹਦੇ 'ਚ ਕੋਈ ਚੀਜ਼ ਸਾਨੂੰ ਨਜ਼ਰ ਆਈ ਤਾਂ ਅਸੀਂ ਜ਼ਰੂਰ ਉਸ ਤੋਂ ਇਸਤਫਾਦਾ ਹਾਸਲ ਕਰਾਂਗੇ। ਮੌਲਾਨਾ, ਸਾਰਾ ਦਿਨ ਤੁਹਾਡੇ ਨਾਲ ਗੁਜ਼ਾਰਿਆ, ਤੁਹਾਡੀਆਂ ਬਹੁਤ ਖੂਬਸੂਰਤ ਗੱਲਾਂ, ਤੁਹਾਡੀਆਂ ਜਿਹੜੇ ਨਵੇਂ ਕੰਮ ਨੇ ਤੁਸੀਂ ਕਰਨੇ ਨੇ, ਤੁਹਾਡੀ ਰੂਇਤ ਹਿਲਾਲ ਕਮੇਟੀ ਨੇ ਜਿਹੜੇ ਨਵੇਂ ਕੰਮ ਕਰਨੇ ਨੇ, ਉਹਦੇ ਬਾਰੇ 'ਚ ਤੁਸੀਂ ਦੱਸਿਆ। ਸਾਡੇ ਵੇਖਣ ਵਾਲਿਆਂ ਵਾਸਤੇ, ਸਾਡੇ ਵਾਸਤੇ ਇਹ ਸਾਰੀਆਂ ਨਵੀਆਂ ਗੱਲਾਂ ਸਨ। ਬਹੁਤ ਕੁਝ ਅਸੀਂ ਹਾਸਲ ਕੀਤਾ ਅੱਜ ਦੀ ਮੁਲਾਕਾਤ ਤੋਂ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਮਸਰੂਫੀਆਤ 'ਚੋਂ ਸਾਨੂੰ ਵਕਤ ਦਿੱਤਾ ਸਾਡੇ ਅਦਾਰੇ ਚੌਪਾਲ ਵਾਸਤੇ। ਮੈਂ ਇੱਕ ਦਫਾ ਫਿਰ ਤੁਹਾਡਾ ਬਹੁਤ ਮਸ਼ਕੂਰ ਹਾਂ। ਬਹੁਤ ਬਹੁਤ ਸ਼ੁਕਰੀਆ ਅਜਮਲ ਭਾਈ, ਮੈਂ ਤੁਹਾਡੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਚੌਪਾਲ ਜਿਹੜਾ ਚੈਨਲ ਹੈ ਉਹਦਾ ਮੈਂ ਸ਼ੁਕਰਗੁਜ਼ਾਰ ਹਾਂ, ਔਰ ਮੈਂ ਸਮਝਦਾ ਕਿ ਜਦੋਂ ਲੋਕ ਇਸ ਪ੍ਰੋਗਰਾਮ ਨੂੰ ਦੇਖਣਗੇ, ਸੁਣਨਗੇ, ਇਨਸ਼ਾਅੱਲਾ ਅਜ਼ੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਅੱਛੀ ਗੱਲਾਂ ਜਿਹੜੀਆਂ ਨੇ ਮਿਲਣਗੀਆਂ, ਔਰ ਮੈਂ ਸਮਝਦਾ ਕਿ ਵਹਦਤ ਦਾ ਇੱਕ ਅੱਛਾ ਪੈਗਾਮ ਜਿਹੜਾ ਹੈ ਉਹ ਜਾਏਗਾ। ਮੈਂ ਆਖਰੀ ਗੱਲ ਕਰਦੇ ਹੋਏ ਚਾਹਨਾ ਲੋਕਾਂ ਨੂੰ, ਆਵਾਮ ਨੂੰ, ਕਿ ਨਫ਼ਰਤਾਂ ਨੂੰ ਖਤਮ ਕਰੀਏ, ਮੁਹੱਬਤਾਂ ਨੂੰ ਉਜਾਗਰ ਕਰੀਏ, ਪਿਆਰ ਨੂੰ, ਕਿਉਂਕਿ ਸਾਨੂੰ ਸਾਡੇ ਨਬੀ ਦੀ ਤਾਲੀਮ ਹੀ ਹੈਗੀ ਹੈ। ਤੇ ਇਹ ਜਿਹੜੇ ਕੁਝ ਲੋਕ ਚਾਹੁੰਦੇ ਨੇ ਕਿ ਮੁਲਕ ਦੇ ਵਿੱਚ ਅਸੀਂ ਜਿਹੜਾ ਹੈਗਾ
ਨਫਾਕ ਨੂੰ ਜਾਂ ਇੰਤਸ਼ਾਰ ਨੂੰ ਇਸ ਤੋਂ ਬਚਾਉਣ ਵਾਸਤੇ ਮੈਨੂੰ ਵੀ ਕੰਮ ਕਰਨਾ ਹੈ, ਤੁਹਾਨੂੰ ਵੀ ਕੰਮ ਕਰਨਾ ਹੈ, ਇਹਨਾਂ ਉਲਮਾ ਨੂੰ ਵੀ ਔਰ ਬਹਿਸੀਅਤ ਮਿਨ ਹੈਸੁਲ ਕੌਮ ਸਾਨੂੰ ਮਿਲ ਕਰ ਅੱਗੇ बढ़ना ਹੈ ਤਾਂ ਕਿ ਅਸੀਂ ਆਪਣੇ ਮੁਲਕ ਨੂੰ ਅੱਗੇ ਲੈ ਕੇ ਜਾ ਸਕੀਏ। ਉਹ ਕਹਿੰਦੇ ਨੇ ਵਤਨ ਦੇ ਨਾਲ ਮੁਹੱਬਤ ਜਿਹੜੀ ਹੁੰਦੀ ਹੈ ਉਹ ਈਮਾਨ ਦਾ ਹਿੱਸਾ ਹੋਇਆ ਕਰਦੀ ਹੈ। ਬਹੁਤ ਸ਼ੁਕਰੀਆ, Thank you. ਬਹੁਤ ਮਿਹਰਬਾਨੀ। ਥੈਂਕ ਯੂ, अस्सलाम वालेकुम। ਬਹੁਤ ਸ਼ੁਕਰੀਆ।